ਕਨੇਡਾ ਦੀਆਂ 2 ਸਾਰਥਕ ਫੇਰੀਆਂ। ਪਹਿਲੀ ਫੇਰੀ 1995 ਦੇ ਆਰੰਭ ਵਿੱਚ, ਜਦੋਂ ਤੋਂ ਭਾਈ ਜਸਵੰਤ ਸਿੰਘ ਖਾਲੜਾ ਨੇ ਪ੍ਰੈਸ ਅੰਦਰ ਲਵਾਰਿਸ ਲਾਸ਼ਾਂ ਦਾ ਮਾਮਲਾ ਜ਼ੋਰ-ਸ਼ੋਰ ਨਾਲ ਉਭਾਰਨਾ ਸ਼ੁਰੂ ਕਰ ਦਿੱਤਾ ਸੀ, ਉਦੋਂ ਤੋਂ ਉਸ ਦੀ ਜਾਨ ਨੂੰ ਦਰਪੇਸ਼ ਖਤਰਾ ਸਾਰਿਆਂ ਨੂੰ ਦਿਖਣ ਲੱਗ ਪਿਆ ਸੀ, ਜਿਸ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਉਸ ਦੇ ਸ਼ੁਭ ਚਿੰਤਕ ਫਿਕਰਮੰਦ ਹੋ ਗਏ ਸਨ। ਉਹ ਉਸ ਨੂੰ ਕਿਸੇ ਵੀ ਸੂਰਤ ਗੁਆਉਣਾ ਨਹੀਂ ਚਾਹੁੰਦੇ ਸਨ। ਉਹਨਾਂ ਨੂੰ ਇਹ ਲੱਗਦਾ ਸੀ ਕਿ ਹੁਣ ਉਸ ਦਾ ਪੰਜਾਬ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ, ਜਿਸ ਕਰਕੇ ਉਸ ਨੂੰ ਜਿੰਨਾ ਜਲਦੀ ਹੋ ਸਕੇ ਭਾਰਤ ਚੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ। 20 ਮਾਰਚ ਦੀ ਗੱਲ ਹੈ ਜਦੋਂ ਭਾਈ ਖਾਲੜਾ ਨੂੰ ਅਚਾਨਕ ਟੋਰਾਂਟੋ, ਕਨੇਡਾ ਤੋਂ ਰਣਜੀਤ ਸਿੰਘ ਉਰਫ ਕੁਲਦੀਪ ਸਿੰਘ ਦਾ ਫੋਨ ਆਇਆ। ਰਣਜੀਤ ਸਿੰਘ 80ਵਿਆਂ ਵਿੱਚ ਅੰਮ੍ਰਿਤਸਰ ਖਾਲਸਾ ਕਾਲਜ ਵਿੱਚ ਪੜ੍ਹਦਾ ਰਿਹਾ ਸੀ, ਜਿੱਥੇ ਉਹ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸਰਗਰਮ ਹੋ ਗਿਆ ਸੀ। ਸ਼ਾਇਦ ਉਸ ਵੇਲੇ ਤੋਂ ਹੀ ਉਹ ਜਸਵੰਤ ਸਿੰਘ ਦਾ ਵਾਕਫ ਸੀ। ਉਸਨੇ ਫੋਨ ਕਰਕੇ ਭਾਈ ਖਾਲੜਾ ਨੂੰ ਮਨੁੱਖੀ ਅਧਿਕਾਰਾਂ ਬਾਰੇ ਸੈਮੀਨਾਰ ਵਿੱਚ ਹਾਜ਼ਰੀ ਭਰਨ ਲਈ ਕਨੇਡਾ ਆਉਣ ਦੀ ਦਾਵਤ ਦਿੱਤੀ ਸੀ। ਭਾਈ ਖਾਲੜਾ ਵੱਲੋਂ ਹਾਮੀ ਭਰਨ ਤੇ ਰਣਜੀਤ ਸਿੰਘ ਨੇ ਉਸ ਨੂੰ 2 ਕੁ ਦਿਨਾਂ ਵਿੱਚ ਆਪਣਾ ਕੱਪੜਿਆਂ ਵਾਲਾ ਬੈਗ ਲੈ ਕੇ ਚੁੱਪ-ਚੁਪੀਤੇ ਸਿੱਧਾ ਦਿੱਲੀ ਕਨੇਡਾ ਦੇ ਦੂਤਾਵਾਸ ਐਮਬੈਸੀ ਪਹੁੰਚ ਜਾਣ ਲਈ ਕਿਹਾ। ਬਰੈਂਪਟਨ ਤੋਂ ਕਨੇਡਾ ਦੀ ਪਾਰਲੀਮੈਂਟ ਮੈਂਬਰ ਸ੍ਰੀਮਤੀ ਕੁਲੀਨ ਬੌਮੀਏ ਨੇ 24 ਮਾਰਚ ਨੂੰ ਦਿੱਲੀ ਅੰਦਰਲੇ ਕਨੇਡੀਅਨ ਦੂਤਾਵਾਸ ਨੂੰ ਚਿੱਠੀ ਲਿਖ ਕੇ ਜਸਵੰਤ ਸਿੰਘ ਖਾਲੜਾ ਨੂੰ ਵਿਜ਼ਿਟਰ ਵੀਜ਼ਾ ਦੇਣ ਦੀ ਪੁਰਜ਼ੋਰ ਸਿਫਾਰਿਸ਼ ਕੀਤੀ ਸੀ। ਸ੍ਰੀਮਤੀ ਕੁਲੀਨ ਉਸ ਵੇਲੇ ਪਹਿਲੀ ਵਾਰ ਬਰੈਂਪਟਨ ਤੋਂ ਲਿਬਰਲ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਕੇ ਕਨੇਡਾ ਦੀ ਪਾਰਲੀਮੈਂਟ ਮੈਂਬਰ ਬਣੀ ਸੀ। ਉਸ ਦੇ ਮਨ ਅੰਦਰ ਸਿੱਖਾਂ ਪ੍ਰਤੀ ਪਿਆਰ ਤੇ ਹਮਦਰਦੀ ਦੀ ਸੱਚੀ-ਸੁੱਚੀ ਭਾਵਨਾ ਸੀ ਅਤੇ ਉਸ ਨੂੰ ਸਿੱਖਾਂ ਦੀਆਂ ਰਾਜਨੀਤਿਕ ਉਮੰਗਾਂ ਨਾਲ ਦਿਲੀ ਹਮਦਰਦੀ ਸੀ, ਜਿਸ ਕਰਕੇ ਸਿੱਖਾਂ ਨੇ ਉਸ ਨੂੰ ਜਿਤਾਉਣ ਵਿੱਚ ਭਾਰੀ ਯੋਗਦਾਨ ਪਾਇਆ ਸੀ। ਉਹ ਜਸਵੰਤ ਸਿੰਘ ਖਾਲੜਾ ਨੂੰ ਕਨੇਡਾ ਦੀ ਪਾਰਲੀਮੈਂਟ ਦੇ ਮੈਂਬਰਾਂ ਦੇ ਰੂਬਰੂ ਕਰਨਾ ਚਾਹੁੰਦੀ ਸੀ, ਤਾਂ ਜੋ ਉਹ ਭਾਰਤ ਅੰਦਰ ਸਿੱਖਾਂ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਜ਼ੁਲਮਾਂ ਬਾਰੇ ਭਾਈ ਖਾਲੜਾ ਦੇ ਮੂੰਹੋਂ ਪ੍ਰਮਾਣਿਕ ਸੱਚਾਈ ਸੁਣ ਸਕਣ। ਉਧਰ ਜਸਵੰਤ ਸਿੰਘ ਵੀ ਉਸ ਵੇਲੇ ਹਜ਼ਾਰਾਂ ਸਿੱਖ ਨੌਜਵਾਨਾਂ ਦੀਆਂ ਲਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਦੇ ਮਸਲੇ ਨੂੰ ਕੌਮਾਂਤਰੀ ਪੱਧਰ ਤੇ ਉਭਾਰਨ ਲਈ ਕਿਸੇ ਢੁਕਵੇਂ ਮੌਕੇ ਦੀ ਤਲਾਸ਼ ਵਿੱਚ ਸੀ, ਜਿਸ ਕਰਕੇ ਉਹ ਰਣਜੀਤ ਸਿੰਘ ਦੇ ਕਹੇ ਅਨੁਸਾਰ ਬਿਨਾਂ ਢਿੱਲ ਕੀਤੇ ਬੈਗ ਚੁੱਕ ਕੇ ਚੁੱਪ-ਚਪੀਤਾ ਦਿੱਲੀ ਕਨੇਡੀਅਨ ਦੂਤਾਵਾਸ ਪਹੁੰਚ ਗਿਆ ਸੀ। ਸ਼੍ਰੀਮਤੀ ਕੁਲੀਨ ਦੀ ਧੜੱਲੇਦਾਰ ਸਿਫਾਰਿਸ਼ ਸਦਕਾ ਉਸ ਨੂੰ ਆਸਾਨੀ ਨਾਲ ਵੀਜ਼ਾ ਮਿਲ ਗਿਆ ਸੀ ਅਤੇ ਉਹ ਉੱਥੋਂ ਹੀ ਸਿੱਧਾ ਓਟਵਾ, ਕਨੇਡਾ ਦੀ ਰਾਜਧਾਨੀ ਚਲਾ ਗਿਆ ਸੀ। ਉੱਥੇ ਸਿੱਖ ਹਿਊਮਨ ਰਾਈਟਸ ਗਰੁੱਪ ਕਨੇਡਾ ਨੇ 30 ਮਾਰਚ ਦੀ ਸ਼ਾਮ ਨੂੰ ਪਾਰਲੀਮੈਂਟ ਹਿੱਲ ਉੱਪਰ ਸੈਮੀਨਾਰ ਰੱਖਿਆ ਹੋਇਆ ਸੀ, ਜਿਸ ਵਿੱਚ ਜਸਵੰਤ ਸਿੰਘ ਖਾਲੜਾ ਤੋਂ ਇਲਾਵਾ 2 ਹੋਰ ਬੁਲਾਰੇ ਜਸਟਿਸ ਅਜੀਤ ਸਿੰਘ ਬੈਂਸ ਤੇ ਇੰਗਲੈਂਡ ਤੋਂ ਡਾਕਟਰ ਜਸਦੇਵ ਸਿੰਘ ਰਾਏ ਸੱਦੇ ਗਏ ਸਨ। ਸੈਮੀਨਾਰ ਦਾ ਇੰਤਜ਼ਾਮ ਸ੍ਰੀਮਤੀ ਕੁਲੀਨ ਨੇ ਬਤੌਰ ਮੈਂਬਰ ਪਾਰਲੀਮੈਂਟ ਕੀਤਾ ਸੀ। ਜਸਵੰਤ ਸਿੰਘ ਖਾਲੜਾ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਤੱਕ ਉਹ 30 ਮਾਰਚ ਨੂੰ ਓਟਵਾ ਨਹੀਂ ਪਹੁੰਚ ਗਿਆ ਸੀ, ਉਦੋਂ ਤੱਕ ਸੈਮੀਨਾਰ ਬਾਰੇ ਜਾਰੀ ਕੀਤੇ ਗਏ ਕਿਸੇ ਵੀ ਪ੍ਰੈਸ ਬਿਆਨ ਜਾਂ ਸੱਦਾ ਪੱਤਰ ਵਿੱਚ ਉਸ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਸੀ। 30 ਮਾਰਚ ਨੂੰ ਭਾਈ ਖਾਲੜਾ ਦੇ ਓਟਵਾ ਪਹੁੰਚਣ ਤੋਂ ਬਾਅਦ ਹੀ ਸ੍ਰੀਮਤੀ ਕੁਲੀਨ ਬੌਮੀਏ ਨੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਭੇਜੇ ਸੱਦਾ ਪੱਤਰ ਵਿੱਚ ਪਹਿਲੀ ਵਾਰ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਕੀਤਾ ਸੀ। ਉਸੇ ਦਿਨ ਪਾਰਲੀਮੈਂਟ ਹਾਊਸ ਆਫ ਕਾਮਨਸ ਦੀ ਸਵੇਰ ਦੀ ਬੈਠਕ ਵਿੱਚ ਸ਼੍ਰੀਮਤੀ ਕੁਲੀਨ ਨੇ ਹੇਠਾਂ ਦਿੱਤੀ ਸੰਖੇਪ ਪਰ ਤਲਵਾਰ ਦੀ ਧਾਰ ਵਰਗੀ ਤਿੱਖੀ ਰਾਜਨੀਤਿਕ ਸਟੇਟਮੈਂਟ ਦਿੱਤੀ ਸੀ। ਸ੍ਰੀਮਾਨ ਸਪੀਕਰ ਜੀਓ, ਮੈਂ ਸਾਰੇ ਮੈਂਬਰਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਉਹ 3 ਉੱਘੇ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਪਾਰਲੀਮੈਂਟ ਹਿੱਲ ਆਉਣ ਤੇ ਸਵਾਗਤ ਕਰਨ ਲਈ ਮੇਰੇ ਨਾਲ ਚੱਲਣ। ਅਜੀਤ ਸਿੰਘ ਬੈਂਸ, ਜਸਦੇਵ ਸਿੰਘ ਰਾਏ ਤੇ ਜਸਵੰਤ ਸਿੰਘ ਖਾਲੜਾ ਅੱਜ ਬਾਅਦ ਦੁਪਹਿਰ ਪੱਛਮੀ ਬਲਾਕ ਦੇ 209 ਕਮਰੇ ਵਿੱਚ ਭਾਰਤ ਅੰਦਰ ਮਨੁੱਖੀ ਅਧਿਕਾਰਾਂ ਬਾਰੇ ਚਰਚਾ ਕਰਨਗੇ। ਭਾਰਤ ਅੰਦਰ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਦਾ ਮਸਲਾ
ਕੈਨੇਡਾ ਦੇ ਪਾਰਲੀਮੈਂਟ ਮੈਂਬਰਾਂ ਲਈ ਬਹੁਤ ਅਹਿਮ ਹੈ। ਵਪਾਰ ਦੇ ਮੌਕਿਆਂ ਵਿੱਚ ਇਜ਼ਾਫੇ ਰਾਹੀਂ ਭਾਰਤ ਨਾਲ ਕੈਨੇਡਾ ਦੇ ਸ਼ਾਨਦਾਰ ਸਬੰਧਾਂ ਵਿੱਚ ਵੱਧ ਰਹੀ ਰੁਚੀ ਨੂੰ ਦੇਖਦੇ ਹੋਏ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਅਸੀਂ ਮਨੁੱਖੀ ਹੱਕਾਂ ਦੇ ਮਸਲੇ ਨੂੰ ਕਿਤੇ ਭੁਲਾ ਹੀ ਨਾ ਦਈਏ। ਵੱਖ-ਵੱਖ ਕੌਮਾਂਤਰੀ ਜਥੇਬੰਦੀਆਂ, ਐਮਨੈਸਟੀ ਇੰਟਰਨੈਸ਼ਨਲ ਤੇ ਏਸ਼ੀਆ ਵਾਚ ਤੋਂ ਲੈ ਕੇ ਯੂਨਾਈਟਿਡ ਸਟੇਟਸ ਦੇ ਸਟੇਟ ਡਿਪਾਰਟਮੈਂਟ ਤੱਕ ਸਾਰਿਆਂ ਨੇ ਭਾਰਤ ਅੰਦਰ ਮਨੁੱਖੀ ਹੱਕਾਂ ਦੀਆਂ ਹਾਲਤਾਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਇਹ ਬੇहद ਜ਼ਰੂਰੀ ਹੈ ਕਿ ਕੈਨੇਡਾ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਭਾਰਤ ਨਾਲ ਆਪਣੇ ਮਜ਼ਬੂਤ ਸਬੰਧਾਂ ਦਾ ਇਸਤੇਮਾਲ ਕਰੇ। ਸਤਿ ਸ਼੍ਰੀ ਅਕਾਲ ਸੱਜਣੋ। ਭਾਈ ਜਸਵੰਤ ਸਿੰਘ ਖਾਲੜਾ ਨੇ ਸੈਮੀਨਾਰ ਵਿੱਚ ਆਪਣੀ ਅੰਗਰੇਜ਼ੀ ਵਿੱਚ ਦਿੱਤੀ ਭਾਵਪੂਰਤ ਸਪੀਚ ਵਿੱਚ ਮੁੱਖ ਤੌਰ ਤੇ ਭਾਰਤ ਅੰਦਰ ਸਿੱਖਾਂ ਉੱਤੇ ਢਾਹੇ ਜਾ ਰਹੇ ਅਣਮਨੁੱਖੀ ਤੇ ਗੈਰ ਕਾਨੂੰਨੀ ਜ਼ੁਲਮਾਂ ਬਾਰੇ ਠੋਸ ਵੇਰਵੇ ਦਿੱਤੇ ਸਨ। ਉਸਨੇ ਦੱਸਿਆ ਸੀ ਕਿ ਕਿਵੇਂ ਪੰਜਾਬ ਵਿੱਚ ਪਿਛਲੇ 3-4 ਸਾਲਾਂ ਦੇ ਦੌਰਾਨ ਪੁਲਿਸ ਨੇ 25,000 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਵਹਿਸ਼ੀ ਤਸੀਹੇ ਦੇਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਪਰ ਉੱਤੋਂ ਹੋਰ ਜ਼ੁਲਮ ਇਹ ਕੀਤਾ ਕਿ ਪੁਲਿਸ ਨੇ ਕਤਲ ਕੀਤੇ ਵਿਅਕਤੀਆਂ ਦੇ ਮ੍ਰਿਤਕ ਸਰੀਰ ਪਰਿਵਾਰਾਂ ਨੂੰ ਨਹੀਂ ਦਿੱਤੇ। ਉਹਨਾਂ ਨੂੰ ਅਣਪਛਾਤੇ ਤੇ ਲਵਾਰਸ ਕਹਿ ਕੇ ਪਰਿਵਾਰਾਂ ਤੋਂ ਚੋਰੀ ਛੁਪੇ ਸ਼ਹਿਰਾਂ ਦੇ ਸ਼ਮਸ਼ਾਨ ਘਾਟਾਂ ਵਿੱਚ ਸਾੜ ਦਿੱਤਾ ਗਿਆ, ਜਿਸ ਕਰਕੇ ਹਜ਼ਾਰਾਂ ਪਰਿਵਾਰ ਇਹ ਜਾਣਨ ਲਈ ਦਰ-ਦਰ ਦੀ ਖਾਕ ਛਾਣ ਰਹੇ ਨੇ ਕਿ ਉਹਨਾਂ ਦੇ ਬੱਚੇ ਜਿਉਂਦੇ ਨੇ ਜਾਂ ਮਾਰ ਦਿੱਤੇ ਗਏ ਨੇ। ਭਾਈ ਜਸਵੰਤ ਸਿੰਘ ਨੇ ਦਰਦ ਭਿੱਜੇ ਲਫ਼ਜ਼ਾਂ ਵਿੱਚ ਦੱਸਿਆ ਕਿ ਉਹਨਾਂ ਪਰਿਵਾਰਾਂ ਦੇ ਦੁੱਖ ਦੇਖ ਕੇ ਤੇ ਉਹਨਾਂ ਦੇ ਮੂੰਹੋਂ ਸੁਣ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਉਸਨੇ ਸਰੋਤਿਆਂ ਸਾਹਮਣੇ ਠੋਸ ਦਸਤਾਵੇਜ਼ੀ ਸਬੂਤ ਪੇਸ਼ ਕਰਦਿਆਂ ਮਨੁੱਖੀ ਅਧਿਕਾਰ ਵਿੰਗ ਦੇ ਕਾਰਕੁਨਾਂ ਵੱਲੋਂ ਭਾਰੀ ਮੁਸ਼ਕਲਾਂ ਤੇ ਖਤਰਿਆਂ ਦਾ ਸਾਹਮਣਾ ਕਰਦੇ ਹੋਏ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਦੀ ਸੱਚਾਈ ਉੱਤੇ ਪਾਏ ਭੇਦ ਦੇ ਪਰਦੇ ਦੂਰ ਕਰਨ ਦੀ ਰੌਂਗਟੇ ਖੜੇ ਕਰਨ ਵਾਲੀ ਗਾਥਾ ਬਿਆਨ ਕੀਤੀ। ਉਸਨੇ ਦੱਸਿਆ ਕਿ ਜਦੋਂ ਅਸੀਂ ਸ਼ਮਸ਼ਾਨ ਘਾਟਾਂ ਦੇ ਰਜਿਸਟਰਾਂ ਦੀ ਛਾਣਬੀਣ ਕੀਤੀ ਤਾਂ ਸਾਨੂੰ ਇਹ ਦੇਖ ਕੇ ਗਹਿਰਾ ਸਦਮਾ ਪਹੁੰਚਿਆ ਸੀ ਕਿ ਲਾਸ਼ਾਂ ਨੂੰ ਇੱਟਾਂ ਪੱਥਰਾਂ ਵਾਂਗੂ ਸਟਾਕ ਰਜਿਸਟਰਾਂ ਵਿੱਚ ਦਰਜ ਕੀਤਾ ਹੋਇਆ ਹੈ ਤੇ ਉੱਤੋਂ ਹੋਰ ਅਨਰਥ ਇਹ ਕੀਤਾ ਗਿਆ ਕਿ ਉਹਨਾਂ ਲਾਸ਼ਾਂ ਦੀਆਂ ਅੰਤਮ ਰਸਮਾਂ ਵੀ ਮਰਿਆਦਾ ਪੂਰਵਕ ਨਹੀਂ ਕੀਤੀਆਂ ਗਈਆਂ। ਜਿਵੇਂ ਜਿਉਂਦਿਆਂ ਨਾਲ ਗੈਰ ਇਨਸਾਨੀ ਵਰਤਾਓ ਕੀਤਾ ਗਿਆ, ਉਵੇਂ ਮਰਿਆਂ ਨਾਲ ਵੀ ਬਦਸਲੂਕੀ ਕਰਨ ਤੋਂ ਗੁਰੇਜ਼ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਇਨਸਾਨੀ ਤਹਿਜ਼ੀਬ ਦਾ ਰਤੀ ਖਿਆਲ ਨਹੀਂ ਰੱਖਿਆ ਗਿਆ। ਭਾਈ ਜਸਵੰਤ ਸਿੰਘ ਖਾਲੜਾ ਨੇ ਅੰਤ ਵਿੱਚ ਸਰੋਤਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਹਨਾਂ ਅਭਾਗੀਆਂ ਲਾਸ਼ਾਂ ਬਾਰੇ ਸਚਾਈ ਸਾਹਮਣੇ ਲਿਆਉਣ ਲਈ ਕੈਨੇਡੀਅਨ ਸਰਕਾਰ, ਕੈਨੇਡੀਅਨ ਪਾਰਲੀਮੈਂਟ ਤੇ ਕੈਨੇਡੀਅਨ ਲੋਕ ਸਿੱਖਾਂ ਦੀ ਮਦਦ ਕਰਨ ਦਾ ਉਪਰਾਲਾ ਕਰਨ। ਜਸਵੰਤ ਸਿੰਘ ਖਾਲੜਾ ਤੋਂ ਬਾਅਦ ਜਸਟਿਸ ਅਜੀਤ ਸਿੰਘ ਬੈਂਸ ਨੇ ਸੈਮੀਨਾਰ ਵਿੱਚ ਬੋਲਦਿਆਂ ਭਾਰਤ ਵਿੱਚ ਸਿੱਖਾਂ ਨੂੰ ਦਰਪੇਸ਼ ਅਜੋਕੀਆਂ ਮੁਸ਼ਕਲਾਂ ਦਾ ਇਤਿਹਾਸਕ ਪਿਛੋਕੜ ਬਿਆਨ ਕੀਤਾ। ਉਹਨਾਂ ਠੋਸ ਹਵਾਲਿਆਂ ਨਾਲ ਦੱਸਿਆ ਕਿ ਕਿਵੇਂ ਅਮਨ ਪਸੰਦ ਤੇ ਜਮਹੂਰੀ ਸੋਚ ਵਾਲੇ ਸਿੱਖਾਂ ਨੂੰ ਭਾਰਤੀ ਹਕੂਮਤ ਨੇ ਦਹਿਸ਼ਤਗਰਦ ਕਰਾਰ ਦੇ ਕੇ ਸਾਰੀ ਦੁਨੀਆ ਵਿੱਚ ਭੰਡਿਆ ਤੇ ਇਸ ਦੀ ਓਟ ਲੈ ਕੇ ਪੰਜਾਬ ਦੀ ਧਰਤੀ ਨੂੰ ਸਿੱਖਾਂ ਦੇ ਖੂਨ ਨਾਲ ਲਹੂ ਲੁਹਾਨ ਕੀਤਾ ਗਿਆ। ਜਸਟਿਸ ਬੈਂਸ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ ਬਹਾਲ ਕਰਨ ਦੀ ਜਿਹੜੀ ਦੁਹਾਈ ਪਿੱਟੀ ਜਾ ਰਹੀ ਹੈ, ਉਹ ਅਸਲ ਵਿੱਚ ਕਬਰਾਂ ਦੀ ਸ਼ਾਂਤੀ ਹੈ। ਉਹਨਾਂ ਪੂਰੇ ਦਾਅਵੇ ਨਾਲ ਕਿਹਾ ਕਿ ਪੰਜਾਬ ਵਿੱਚ 1 ਲੱਖ ਤੋਂ ਵੱਧ ਸਿੱਖ ਨੌਜਵਾਨ ਸ਼ਹੀਦ ਕਰ ਦਿੱਤੇ ਗਏ ਨੇ। ਇਸ ਪੱਧਰ ਦਾ ਜ਼ੁਲਮ ਸਿੱਖਾਂ ਉੱਤੇ ਮੱਧ ਯੁੱਗ ਤੋਂ ਬਾਅਦ ਪਹਿਲੀ ਵਾਰ ਹੋਇਆ, ਜਿਸ ਤੋਂ ਭਾਰਤੀ ਰਾਜ ਦਾ ਜਮਹੂਰੀਅਤ ਤੇ ਨਕਾਬ ਹੇਠ ਲੁਕਿਆ ਖੂਨੀ ਚਿਹਰਾ ਸਾਫ਼ ਨਜ਼ਰ ਪੈ ਜਾਂਦਾ ਹੈ। ਭਾਈ ਜਸਵੰਤ ਸਿੰਘ ਖਾਲੜਾ ਤੇ ਜਸਟਿਸ ਅਜੀਤ ਸਿੰਘ ਵੱਲੋਂ ਦਰਸਾਈ ਭਾਰਤ ਅੰਦਰ ਸਿੱਖਾਂ ਦੀ ਦਰਦਵੰਦ ਹਾਲਤ ਬਾਰੇ ਜਾਣਨ ਤੋਂ ਬਾਅਦ ਸਰੋਤੇ ਬੇਹੱਦ ਗੰਭੀਰ ਤੇ ਗਮਗੀਨ ਹੋ ਗਏ ਸਨ। ਪ੍ਰੋਗਰਾਮ ਤੋਂ ਬਾਅਦ ਚਾਹ ਪਾਣੀ ਪੀਂਦਿਆਂ ਸ੍ਰੀਮਤੀ ਕੁਲੀਨ ਤੇ ਕੈਨੇਡੀਅਨ ਪਾਰਲੀਮੈਂਟ ਦੇ ਕੁਝ ਹੋਰ ਗੋਰੇ ਮੈਂਬਰਾਂ ਨੇ ਭਾਈ ਖਾਲੜਾ ਨੂੰ ਅਜਿਹੀ ਡਰਾਉਣੀ ਤੇ ਖਤਰਨਾਕ ਹਾਲਤ ਦੇ ਹੁੰਦਿਆਂ ਭਾਰਤ ਵਾਪਸ ਨਾ ਜਾਣ ਦੀ ਨਸੀਹਤ ਦਿੱਤੀ ਅਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਕੈਨੇਡਾ ਵਿੱਚ
ਰਾਜਸੀ ਪਨਾਹ ਦੇਣ ਦੀ ਪੇਸ਼ਕਸ਼ ਕਰਦਿਆਂ ਕੈਨੇਡਾ ਵਿੱਚ ਹੀ ਟਿਕੇ ਰਹਿਣ ਲਈ ਕਿਹਾ। ਭਾਈ ਖਾਲੜਾ ਨਾਲ ਇਹ ਭਾਵਨਾਵਾਂ ਕੈਨੇਡਾ ਦੇ ਪੱਕੇ ਵਸਨੀਕ ਬਣੇ ਬਹੁਤ ਸਾਰੇ ਸਿੱਖਾਂ ਨੇ ਵੀ ਸਾਂਝੀਆਂ ਕੀਤੀਆਂ, ਪਰ ਜਸਵੰਤ ਸਿੰਘ ਦਾ ਸਾਰਿਆਂ ਨੂੰ ਇਹੋ ਜਵਾਬ ਸੀ ਕਿ ਇਸ ਨਾਲ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਤਾਂ ਯਕੀਨਨ ਬਚ ਜਾਵੇਗੀ, ਪਰੰਤੂ ਪੰਜਾਬ ਵਿੱਚ ਜ਼ਾਲਮ ਭਾਰਤੀ ਰਾਜ ਦੇ ਵੱਸ ਪਏ ਲੱਖਾਂ ਸਿੱਖ ਪਰਿਵਾਰਾਂ ਤੇ ਉਹਨਾਂ ਦੇ ਮਾਸੂਮ ਬੱਚਿਆਂ ਦਾ ਕੀ ਬਣੇਗਾ? ਉਹਨਾਂ ਦਾ ਵਾਲੀ ਵਾਰਸ ਕੌਣ ਹੈ? ਭਾਈ ਜਸਵੰਤ ਸਿੰਘ ਦੇ ਇਸ ਦਿਲ ਵਿੰਨਵੇਂ ਸਵਾਲ ਦਾ ਕਿਸੇ ਕੋਲ ਵੀ ਕੋਈ ਉੱਤਰ ਨਹੀਂ ਸੀ। ਖਾਲੜਾ ਦੀ ਇਤਿਹਾਸਕ ਤਕਰੀਰ। ਇਸ ਦੇ 10 ਦਿਨਾਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ 10 ਅਪ੍ਰੈਲ ਨੂੰ ਟੋਰਾਂਟੋ ਵਿਖੇ ਗੁਰਦੁਆਰਾ ਓਨਟੇਰੀਓ ਖਾਲਸਾ ਦਰਬਾਰ, ਜਿਸ ਨੂੰ ਡਿਕਸੀ ਦੇ ਗੁਰੂ ਘਰ ਵਜੋਂ ਜਾਣਿਆ ਜਾਂਦਾ ਹੈ, ਵਿੱਚ ਰੇਡੀਓ ਅਣਖੀਲਾ ਪੰਜਾਬ ਦੀ ਵਰ੍ਹੇਗੰਢ ਦੇ ਸਬੰਧ ਵਿੱਚ ਰੱਖੇ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਾਮਲ ਹੋਇਆ। ਉੱਥੇ ਦੁਪਹਿਰ ਵੇਲੇ ਸਜੇ ਦੀਵਾਨ ਵਿੱਚ ਭਾਈ ਖਾਲੜਾ ਨੇ ਸਿੱਖ ਸੰਗਤ ਮੂਹਰੇ ਆਪਣੇ ਦਿਲ ਦੇ ਵਲਵਲੇ ਖੁੱਲ੍ਹ ਕੇ ਪ੍ਰਗਟ ਕੀਤੇ ਸਨ। ਲਗਭਗ ਅੱਧੇ ਘੰਟੇ ਦੀ ਸਪੀਚ ਵਿੱਚ ਉਸਨੇ ਨਾ ਸਿਰਫ ਭਾਰਤ ਅੰਦਰ ਸਿੱਖ ਪੰਥ ਦੀ ਬਾਹਰਮੁਖੀ ਹਾਲਤ, ਰਾਜਸੀ ਗਲਬਾ ਤੇ ਜ਼ੁਲਮੋ ਤਸ਼ੱਦਦ ਦਾ ਭਾਵਪੂਰਤ ਵਰਣਨ ਕੀਤਾ, ਸਗੋਂ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਸਿੱਖ ਕੌਮ ਦੀ ਅੰਤਰਮੁਖੀ ਹਾਲਤ, ਸਿਧਾਂਤਕ ਸੋਚ ਤੇ ਅਮਲੀ ਵਿਹਾਰ ਬਾਰੇ ਵੀ ਸੰਕੇਤਕ ਰੂਪ ਵਿੱਚ ਆਪਣੀਆਂ ਕੁਝ ਪੜਚੋਲਵੀਆਂ ਤੇ ਵਡਮੁੱਲੀਆਂ ਰਾਵਾਂ ਪ੍ਰਗਟ ਕੀਤੀਆਂ ਸਨ। ਉਸਨੇ ਸਿੱਖਾਂ ਦੇ ਮਸਲੇ ਨੂੰ ਭਾਵੇਂ ਸੰਖੇਪ ਵਿੱਚ ਹੀ ਸਮੁੱਚੇ ਸੰਸਾਰ ਅੰਦਰ ਵਾਪਰ ਰਹੇ ਦਾਰਸ਼ਨਿਕ, ਵਿਚਾਰਧਾਰਕ ਤੇ ਰਾਜਨੀਤਿਕ ਵਰਤਾਰਿਆਂ ਦੇ ਵਡੇਰੇ ਪ੍ਰਸੰਗ ਵਿੱਚ ਰੱਖ ਕੇ ਪੇਸ਼ ਕਰਨ ਦਾ ਯਤਨ ਕੀਤਾ ਸੀ। ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੇ ਉਸ ਤੋਂ ਬਾਅਦ ਵਾਪਰੇ ਸੰਸਾਰ ਵਿਆਪੀ ਵਰਤਾਰਿਆਂ ਅਤੇ ਸਿੱਖ ਕੌਮ ਦੁਆਰਾ ਹੰਢਾਏ ਹਾਂ ਪੱਖੀ ਤੇ ਨਾ ਪੱਖੀ ਦੋਨੋਂ ਕਿਸਮਾਂ ਦੇ ਅਨੁਭਵਾਂ ਦੀ ਰੌਸ਼ਨੀ ਵਿੱਚ ਉਸ ਦੀ ਇਹ ਸਪੀਚ ਇਤਿਹਾਸਕ ਹੋ ਨਿਬੜੀ ਹੈ। ਇਸ ਨਾਲ ਸਿੱਖ ਜਗਤ ਅੰਦਰ ਭਾਈ ਜਸਵੰਤ ਸਿੰਘ ਖਾਲੜਾ ਦੀ ਨਿਵੇਕਲੀ ਪਛਾਣ ਸਥਾਪਿਤ ਹੋਈ ਹੈ। ਭਾਈ ਖਾਲੜਾ ਨੇ ਆਪਣੀ ਸਪੀਚ ਇੱਕ ਲਘੂ ਕਥਾ ਨਾਲ ਸ਼ੁਰੂ ਕੀਤੀ ਸੀ, ਜਿਸ ਵਿੱਚ ਸੂਰਜ ਦੇ ਪਹਿਲੀ ਵਾਰ ਅਸਤ ਹੋਣ ਕਾਰਨ ਚਾਰੇ ਪਾਸੇ ਪਸਰ ਰਹੇ ਹਨੇਰੇ ਨੂੰ ਦੇਖ ਕੇ ਲੋਕਾਂ ਵਿੱਚ ਡਰ ਤੇ ਘਬਰਾਹਟ ਦਾ ਚਿਤਰਣ ਕੀਤਾ ਗਿਆ ਸੀ ਅਤੇ ਫਿਰ ਅਚਾਨਕ ਇੱਕ ਕੁੱਲੀ ਵਿੱਚ ਜਗਮਗਾ ਉੱਠੇ ਛੋਟੇ ਜਿਹੇ ਦੀਪਕ ਵੱਲੋਂ ਚਾਰੇ ਪਾਸੇ ਪਸਰ ਰਹੇ ਹਨੇਰੇ ਦਾ ਟਾਕਰਾ ਕਰਨ ਦੀ ਜੁਰਤਮੰਦ ਕੋਸ਼ਿਸ਼ ਦਰਸਾਈ ਗਈ ਸੀ। ਵੇਂਦਿਆਂ ਹੀ ਵੇਂਦਿਆਂ ਹੋਰ ਹਜ਼ਾਰਾਂ ਦੀਪਕ ਜਗਮਗਾਉਣ ਲੱਗੇ ਸਨ ਅਤੇ ਉਹਨਾਂ ਨੇ ਚਾਰੇ ਪਾਸੇ ਚਾਨਣ ਫੈਲਾ ਕੇ ਲੋਕਾਂ ਦੇ ਦਿਲਾਂ 'ਚੋਂ ਹਨੇਰੇ ਦਾ ਦਹਿਲ ਦੂਰ ਕਰ ਦਿੱਤਾ ਸੀ, ਜਿਸ ਦੇ ਮੂਹਰੇ ਹਨੇਰੇ ਨੇ ਹਾਰ ਮੰਨ ਲਈ ਸੀ ਤੇ ਸੂਰਜ ਦਾ ਹੰਕਾਰ ਚਕਨਾਚੂਰ ਹੋ ਗਿਆ ਸੀ। ਭਾਈ ਜਸਵੰਤ ਸਿੰਘ ਨੇ ਸੂਰਜ ਤੇ ਦੀਪਕ ਦੇ ਰੂਪਕਾਂ, ਜਾਣੀ ਕਿ ਮੈਟਾਫਰਸ ਦੇ ਜ਼ਰੀਏ ਸਿੱਖ ਸੰਗਤ ਨੂੰ ਜ਼ੁਲਮਾਂ ਦੇ ਹਨੇਰੇ ਤੋਂ ਭੈ-ਭੀਤ ਨਾ ਹੋਣ ਅਤੇ ਇਸ ਦਾ ਟਾਕਰਾ ਕਰਨ ਲਈ ਹਮੇਸ਼ਾ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਰਹਿਣ ਦਾ ਸੁਨੇਹਾ ਦੇਣ ਦਾ ਯਤਨ ਕੀਤਾ ਸੀ, ਕਿਉਂਕਿ ਇਸ ਤੋਂ ਅੱਗੇ ਉਸਨੇ ਪੰਜਾਬ ਅੰਦਰ ਭਾਰਤੀ ਰਾਜ ਵੱਲੋਂ ਸਿੱਖ ਪੰਥ ਉੱਤੇ ਢਾਹੇ ਜਾ ਰਹੇ ਵਹਿਸ਼ੀ ਜ਼ੁਲਮਾਂ ਦੀ ਜਿਹੜੀ ਦਰਦਨਾਕ ਕਥਾ ਬਿਆਨ ਕਰਨੀ ਸੀ, ਉਸ ਦੇ ਵਾਸਤੇ ਸੰਗਤ ਨੂੰ ਪਹਿਲਾਂ ਮਾਨਸਿਕ ਤੌਰ ਤੇ ਤਿਆਰ ਕਰਨਾ ਜ਼ਰੂਰੀ ਸੀ। ਭਾਵ ਸਿੱਖ ਹਿਰਦਿਆਂ ਅੰਦਰ ਜ਼ੁਲਮਾਂ ਦੇ ਹਨੇਰੇ ਨੂੰ ਚੈਲੰਜ ਕਰਨ ਦਾ ਜੁਝਾਰੂ ਜਜ਼ਬਾ ਭਰਨਾ ਜ਼ਰੂਰੀ ਸੀ। ਭਾਈ ਜਸਵੰਤ ਸਿੰਘ ਨੇ ਸੰਗਤ ਨੂੰ ਵਿਸਥਾਰ ਵਿੱਚ ਦੱਸਿਆ ਕਿ ਪੰਜਾਬ ਅੰਦਰ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਤਸੀਹੇ ਦੇਣ ਬਾਅਦ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਸ਼ਹਿਰਾਂ ਦੀਆਂ ਮੜੀਆਂ ਵਿੱਚ ਸਾੜ ਦੇਣ ਉਪਰੰਤ ਪੁਲਿਸ ਦੇ ਅਫਸਰਾਂ ਵੱਲੋਂ ਆਪਣੇ ਘਿਨਾਉਣੇ ਜ਼ੁਲਮਾਂ ਤੋਂ ਮੁਨਕਰ ਹੋ ਜਾਣ ਦੀ ਬੇਹਯਾਈ ਕੀਤੀ ਗਈ। ਪੁਲਿਸ ਨੌਜਵਾਨ ਮੁੰਡਿਆਂ ਨੂੰ ਦਿਨ ਦਿਹਾੜੇ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਘਰਾਂ ਤੋਂ ਚੁੱਕ ਕੇ ਲੈ ਜਾਂਦੀ ਸੀ। ਉਸ ਤੋਂ ਬਾਅਦ ਉਹਨਾਂ ਨਾਲ ਕੀ ਬੀਤੀ ਸੀ, ਇਸ ਬਾਰੇ ਪਰਿਵਾਰਾਂ ਨੂੰ ਪੂਰੇ ਹਨੇਰੇ ਵਿੱਚ ਰੱਖਿਆ ਜਾਂਦਾ ਸੀ। ਹਜ਼ਾਰਾਂ ਮਾਪੇ ਆਪਣੇ ਪੁੱਤਰਾਂ ਦੇ ਘਰ ਮੁੜਨ ਦੀ ਉਡੀਕ ਵਿੱਚ ਬੇਚੈਨ ਹੋਏ ਦਰ-ਦਰ ਭਟਕਦੇ ਫਿਰਦੇ ਸਨ। ਇਨ੍ਹਾਂ ਬਦਨਸੀਬ ਮਾਪਿਆਂ ਦੀ ਲਾਚਾਰੀ ਜਸਵੰਤ ਸਿੰਘ ਨੇ ਇਨ੍ਹਾਂ ਦਰਦ ਵਿੰਨਵੇਂ ਲਫ਼ਜ਼ਾਂ ਵਿੱਚ ਬਿਆਨ ਕੀਤੀ।
ਅਸੀਂ ਦੇਖਿਆ ਕਿ ਹਜ਼ਾਰਾਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕ ਰਹੀਆਂ ਨੇ। ਭੈਣਾਂ ਦੇ ਹੱਥਾਂ ਵਿੱਚ ਫੜੀਆਂ ਰੱਖੜੀਆਂ ਵੀਰਾਂ ਨੂੰ ਉਡੀਕ ਰਹੀਆਂ ਨੇ। ਜਿਨ੍ਹਾਂ ਮਾਵਾਂ ਨੇ ਆਪਣੇ ਜਾਇਆਂ ਦੀਆਂ ਲਾਸ਼ਾਂ ਵੀ ਨਹੀਂ ਦੇਖੀਆਂ ਸਨ, ਉਹ ਸਾਡੇ ਤੇ ਸਵਾਲ ਕਰ ਰਹੀਆਂ ਸਨ ਕਿ ਇੰਨਾ ਤਾਂ ਪਤਾ ਕਰ ਦਿਓ ਕਿ ਸਾਡੇ ਜਾਏ ਜਿਉਂਦੇ ਨੇ ਜਾਂ ਮਾਰ ਦਿੱਤੇ ਗਏ ਨੇ, ਤਾਂ ਕਿ ਅਸੀਂ ਉਹਨਾਂ ਦੀਆਂ ਅੰਤਮ ਰਸਮਾਂ ਤਾਂ ਕਰ ਲਈਏ। ਦੂਜੇ ਪਾਸੇ ਪੰਜਾਬ ਪੁਲਿਸ ਦਾ ਮੁਖੀ KPS ਗਿੱਲ ਪੂਰੀ ਬੇਸ਼ਰਮੀ ਨਾਲ ਇਹ ਝੂਠ ਬੋਲ ਰਿਹਾ ਸੀ ਕਿ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿਹੜਾ ਪੁਲਿਸ ਉੱਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਸਨੇ ਪਿੰਡਾਂ 'ਚੋਂ ਮੁੰਡਿਆਂ ਨੂੰ ਚੁੱਕ ਕੇ ਲਾਪਤਾ ਕਰ ਦਿੱਤਾ ਹੈ, ਉਸ ਵਿੱਚ ਕੋਈ ਸੱਚਾਈ ਨਹੀਂ ਹੈ। ਸੱਚਾਈ ਇਹ ਹੈ ਕਿ ਪੁਲਿਸ ਵੱਲੋਂ ਲਾਪਤਾ ਕੀਤੇ ਗਏ ਦੱਸੇ ਜਾਂਦੇ ਮੁੰਡੇ ਅਸਲ ਵਿੱਚ ਆਪਣੇ ਮਾਪਿਆਂ ਦੀ ਰਾਏ ਨਾਲ ਹੀ ਬਾਹਰਲੇ ਮੁਲਕਾਂ ਵਿੱਚ ਚਲੇ ਗਏ ਨੇ ਅਤੇ ਉੱਥੇ ਦਿਹਾੜੀਆਂ ਕਰਕੇ ਮਣਾ ਮੂੰਹੀਂ ਪੈਸੇ ਕਮਾ ਰਹੇ ਨੇ। ਭਾਈ ਖਾਲੜਾ ਨੇ ਕਿਹਾ ਕਿ KPS ਗਿੱਲ ਦਾ ਇਹ ਬਿਆਨ ਸਾਡੇ ਲਈ ਇੱਕ ਚੁਣੌਤੀ ਸੀ ਕਿ ਅਸੀਂ ਸੱਚ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਈਏ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਅਸੀਂ ਇੱਕ ਮੁਹਿੰਮ ਵਿੱਢੀ, ਜਿਸ ਵਿੱਚ ਸਾਨੂੰ ਅਨੇਕਾਂ ਮੁਸ਼ਕਲਾਂ ਤੇ ਖਤਰਿਆਂ ਦਾ ਸਾਹਮਣਾ ਕਰਨਾ ਪਿਆ। ਭਾਈ ਜਸਵੰਤ ਸਿੰਘ ਖਾਲੜਾ ਨੇ ਜਜ਼ਬਾਤੀ ਹੁੰਦਿਆਂ ਕਿਹਾ ਕਿ ਅਸੀਂ ਉੱਥੇ ਗਏ ਜਿੱਥੇ ਸਾਡੇ ਭਰਾ ਚਲੇ ਗਏ ਸਨ। ਮੜੀਆਂ ਵਿੱਚ ਜਾ ਕੇ ਉਹਨਾਂ ਜਿਹੜੀ ਸੱਚਾਈ ਲੱਭੀ ਉਹ ਦਰਦਨਾਕ ਸੀ। ਮੜੀਆਂ ਦੇ ਰਜਿਸਟਰਾਂ ਵਿੱਚ ਅਣਪਛਾਤੇ ਕਹਿ ਕੇ ਸਾੜ ਦਿੱਤੇ ਗਏ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਵਿੱਚ ਜਸਵੰਤ ਸਿੰਘ ਦੇ ਕੁਝ ਬਹੁਤ ਹੀ ਪਿਆਰੇ ਦੋਸਤਾਂ ਦੇ ਨਾਂ ਵੀ ਸ਼ਾਮਲ ਸਨ। ਇਸ ਸਿਲਸਿਲੇ ਵਿੱਚ ਜਸਵੰਤ ਸਿੰਘ ਨੇ ਜਦੋਂ ਬਾਬਾ ਪਿਆਰਾ ਸਿੰਘ ਸੁਲਤਾਨਵਿੰਡ ਦਾ ਨਾਂ ਲਿਆ ਤਾਂ ਉਸ ਦਾ ਗੱਚ ਭਰ ਆਇਆ ਸੀ। ਉਸ ਨੂੰ ਅੱਗੇ ਬੋਲਣ ਤੋਂ ਪਹਿਲਾਂ ਕੁਝ ਪਲਾਂ ਲਈ ਰੁਕਣਾ ਪੈ ਗਿਆ ਸੀ। ਭਾਈ ਖਾਲੜਾ ਨੂੰ ਲੋਕਾਂ ਦੇ ਸਰੂ ਵਰਗੇ ਪੁੱਤਾਂ ਨੂੰ ਮਾਰੇ ਜਾਣ ਦਾ ਜੋ ਦੁੱਖ ਹੋਇਆ ਉਹ ਤਾਂ ਹੋਇਆ, ਉਸ ਨੂੰ ਇਸ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੋਇਆ ਸੀ ਕਿ ਲੋਕ ਆਪਣੇ ਪੁੱਤਾਂ ਦਾ ਆਪਣੇ ਹੱਥੀਂ ਸੰਸਕਾਰ ਨਹੀਂ ਕਰ ਸਕੇ ਸਨ। ਭਾਈ ਖਾਲੜਾ ਨੂੰ ਸਾਡੇ ਸੱਭਿਆਚਾਰ ਵਿੱਚ ਸਦੀਆਂ ਤੋਂ ਪ੍ਰਚਲਿਤ ਇਸ ਮਰਿਆਦਾ ਦੀ ਅਹਿਮੀਅਤ ਦਾ ਬਹੁਤ ਡੂੰਘਾ ਅਹਿਸਾਸ ਸੀ, ਜਿਸ ਦਾ ਪ੍ਰਗਟਾਵਾ ਉਸਨੇ ਇਹਨਾਂ ਸ਼ਬਦਾਂ ਵਿੱਚ ਕੀਤਾ ਸੀ। ਅਸੀਂ ਪੁੱਤ ਮੰਗਦੇ ਹਾਂ ਸਤਿਗੁਰੂ ਅੱਗੇ ਅਰਦਾਸ ਕਰਕੇ, ਅਸੀਂ ਆਪਣੇ ਪੁੱਤਾਂ ਨੂੰ ਤੋਰਦੇ ਹਾਂ, ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਆਪਣੇ ਚਰਨਾਂ ਨਾਲ ਲਾ ਲੈ। ਭਾਈ ਜਸਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਉਹ ਮੜੀਆਂ ਵਿੱਚੋਂ ਪ੍ਰਾਪਤ ਹੋਏ ਠੋਸ ਤੱਥ ਅਣਪਛਾਤੇ ਕਹਿ ਕੇ ਸਾੜੇ ਗਏ ਵਿਅਕਤੀਆਂ ਦੇ ਨਾਵਾਂ ਦੀਆਂ ਸੂਚੀਆਂ ਲੈ ਕੇ ਹਾਈ ਕੋਰਟ ਵਿੱਚ ਗਏ ਅਤੇ ਇਸ ਬਾਰੇ ਲੋਕ ਹਿੱਤ ਪਟੀਸ਼ਨ ਪਾਉਣੀ ਚਾਹੀ, ਤਾਂ ਹਾਈ ਕੋਰਟ ਨੇ ਸਾਡੀ ਬੇਨਤੀ ਇਹ ਕਹਿ ਕੇ ਠੁਕਰਾ ਦਿੱਤੀ ਕਿ ਪਟੀਸ਼ਨ ਪਾਉਣ ਦਾ ਅਧਿਕਾਰ ਸਿਰਫ ਪੀੜਤ ਪਰਿਵਾਰਾਂ ਕੋਲ ਹੀ ਹੈ, ਤੁਸੀਂ ਇਸ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਦੇ। ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਸਭ ਤੋਂ ਵੱਡੀ ਕਚਹਿਰੀ ਲੋਕਾਂ ਦੀ ਹੁੰਦੀ ਹੈ ਤੇ ਅਸੀਂ ਸਭ ਤੋਂ ਵੱਡੀ ਕਚਹਿਰੀ 'ਚ ਦੁਨੀਆ ਪੱਧਰ ਤੇ ਜਾਣਾ ਚਾਹੁੰਦੇ ਹਾਂ, ਕਿਉਂਕਿ ਇਹ ਮਸਲਾ ਇੱਕ ਕੌਮ ਦਾ ਨਹੀਂ, ਨਿਰਾ ਪੀੜਤ ਵਿਅਕਤੀਆਂ ਦਾ ਵੀ ਨਹੀਂ ਹੈ, ਇਹ ਸਮੁੱਚੀ ਮਾਨਵਤਾ ਦਾ ਮਸਲਾ ਹੈ। ਇਸ ਕਰਕੇ ਅਸੀਂ ਦੁਨੀਆ ਪੱਧਰ ਤੇ ਲੋਕਾਂ ਦੀ ਕਚਹਿਰੀ ਵਿੱਚ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ ਕਿ ਦੁਨੀਆ ਵਾਲਿਓ, ਤੁਸੀਂ ਸਾਨੂੰ ਅੱਤਵਾਦੀ ਆਖਿਆ, ਤੁਸੀਂ ਸਾਨੂੰ ਫਿਰਕਾ ਪ੍ਰਸਤ ਆਖਿਆ ਅਤੇ ਜਿਨ੍ਹਾਂ ਨੂੰ ਤੁਸੀਂ ਅਮਨ ਪਸੰਦ ਕਿਹਾ, ਜਮਹੂਰੀਅਤ ਦੇ ਪੈਗੰਬਰ ਕਿਹਾ, ਉਹਨਾਂ ਦੀ ਤੁਸੀਂ ਅਸਲੀਅਤ ਜਾਣੋ ਤੇ ਸਾਨੂੰ ਦੱਸੋ ਕਿ ਅੱਤਵਾਦੀ ਕੌਣ ਹੈ ਤੇ ਸੱਤਵਾਦੀ ਕੌਣ ਹੈ। ਸ਼ਹਾਦਤ ਦੀ ਦਾਤ। ਭਾਈ ਜਸਵੰਤ ਸਿੰਘ ਨੇ ਸੰਗਤ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਗੁਰੂ ਕੋਲ ਬੜੀਆਂ ਦਾਤਾਂ ਨੇ, ਪਰ ਸਭ ਤੋਂ ਵੱਡੀ ਦਾਤ ਪਤਾ ਹੈ ਕਿਹੜੀ ਹੈ? ਦੁੱਧ ਦੀ ਨਹੀਂ, ਪੁੱਤ ਦੀ ਨਹੀਂ, ਇੱਕ ਵਿਸ਼ੇਸ਼ ਦਾਤ ਜਿਹੜਾ ਮਰਜ਼ੀ ਸਿੱਖ ਲੈ ਸਕਦਾ ਹੈ, ਉਹ ਹੈ ਸ਼ਹਾਦਤ ਦੀ ਦਾਤ। ਜਿਨ੍ਹਾਂ ਨੂੰ ਇਹ ਦਾਤ ਮਿਲਦੀ ਹੈ ਉਹ ਗੁਰੂ ਤਾਂ ਨਹੀਂ ਬਣਦੇ, ਲੇਕਿਨ ਗੁਰੂ ਤੋਂ ਬਾਅਦ ਸਾਡੀ ਕੌਮ ਦੇ ਸਭ ਤੋਂ ਵੱਧ ਸਤਿਕਾਰਤ ਲੋਕ ਬਣਦੇ ਨੇ। ਸਤਿਗੁਰੂ ਤੋਂ ਲੈਣਾ ਹੀ ਨਾ ਸਿੱਖੋ, ਸਤਿਗੁਰੂ ਤੋਂ ਜੋ ਤੁਹਾਨੂੰ ਹਦਾਇਤ ਹੋਈ ਹੈ ਉਸ ਨੂੰ ਪੂਰੀ ਕਰਨਾ ਸਿੱਖੋ।
ਸਭ ਕੁਝ ਇਹਦੇ ਵਿੱਚ ਆ ਜਾਊਗਾ, ਸਾਰੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਭਾਈ ਖਾਲੜਾ ਨੇ ਸੰਗਤ ਨੂੰ ਯਾਦ ਕਰਾਇਆ ਕਿ ਖਾਲਸਾ ਦੁਨੀਆ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਜਾਇਆ ਗਿਆ ਸੀ, ਪਰ ਅੱਜ ਜੇਕਰ ਅਸੀਂ ਆਪਣੇ ਹੀ ਹੱਕਾਂ ਦੀ ਰਾਖੀ ਨਾ ਕਰ ਸਕੇ ਤਾਂ ਕਿਸੇ ਹੋਰ ਦਾ ਕੀ ਸਵਾਰ ਦੇਵਾਂਗੇ। ਇਸ ਕਰਕੇ ਗੁਰੂ ਪਾਸ ਅਰਦਾਸ ਕਰੋ ਕਿ ਸਾਨੂੰ ਜਿਸ ਕੰਮ ਲਈ ਸਾਜਿਆ ਗਿਆ ਸੀ ਉਸ ਉੱਤੇ ਕਾਇਮ ਰਹੀਏ। ਭਾਈ ਖਾਲੜਾ ਨੇ ਇੱਕ ਢੰਗ ਨਾਲ ਵਿਦੇਸ਼ਾਂ 'ਚ ਰਹਿ ਰਹੇ ਸਿੱਖਾਂ ਨੂੰ ਨਿਹੋਰਾ ਦਿੰਦਿਆਂ ਕਿਹਾ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਦੀ ਸ਼ਾਦੀ ਕਰਨ ਲਈ ਪੰਜਾਬ ਜਾਂਦੇ ਹੋ, ਤੁਸੀਂ ਉੱਥੇ ਜਦੋਂ ਆਪਣੇ ਬੱਚਿਆਂ ਦੇ ਵਿਆਹ ਦਾ ਸਰਟੀਫਿਕੇਟ ਲੈਣ ਲਈ ਕਚਹਿਰੀ ਜਾਂਦੇ ਹੋ ਤਾਂ ਤੁਸੀਂ ਹਿੰਦੂ ਮੈਰਿਜ ਐਕਟ ਮੁਤਾਬਕ ਸਰਟੀਫਿਕੇਟ ਹਾਸਲ ਕਰਕੇ ਉਸ ਨੂੰ ਕੱਛ 'ਚ ਲੈ ਕੇ ਤੁਰ ਆਉਂਦੇ ਹੋ। ਤੁਸੀਂ ਉੱਥੇ ਜਾ ਕੇ ਹਿੰਦੂ ਵਿਰਾਸਤ ਐਕਟ ਮੁਤਾਬਕ ਆਪਣੇ ਬਾਪ ਦੀ ਜ਼ਮੀਨ ਦੇ ਵਾਰਸ ਹੋਣ ਦਾ ਦਾਅਵਾ ਕਰਦੇ ਹੋ। ਇਸ ਤਰੀਕੇ ਨਾਲ ਤੁਹਾਨੂੰ ਅਨੇਕਾਂ ਢੰਗਾਂ ਨਾਲ ਆਪਣੇ ਆਪ ਨੂੰ ਹਿੰਦੂ ਐਲਾਨਣਾ ਪੈਂਦਾ ਹੈ। ਇਹ ਕੁਝ ਗੱਲਾਂ ਤੁਹਾਡੇ ਨਾਲ ਸੰਬੰਧਿਤ ਨੇ, ਇਸੇ ਤਰ੍ਹਾਂ ਉੱਥੇ ਸਾਡੇ ਨਾਲ ਸੰਬੰਧਿਤ ਗੱਲਾਂ ਵੀ ਨੇ। ਪਰ ਆਪਾਂ ਕਿਤੇ ਵੀ ਰਹਿੰਦੇ ਹੋਈਏ, ਦੁਨੀਆ ਨੂੰ ਸਾਡਾ ਇਹ ਦੱਸਣਾ ਬਣਦਾ ਹੈ ਕਿ ਸਾਡੇ ਤਾਂ ਪਰਿਵਾਰ ਵੀ ਗਵਰਨ ਹੁੰਦੇ ਨੇ ਹਿੰਦੂ ਐਕਟ ਜ਼ਰੀਏ, ਸਾਡੇ ਧਾਰਮਿਕ ਅਦਾਰੇ ਵੀ ਗਵਰਨ ਹੁੰਦੇ ਨੇ ਹਿੰਦੂ ਐਕਟ ਰਾਹੀਂ। ਤੁਸੀਂ ਸਤਿਗੁਰੂ ਤੋਂ ਬਹੁਤ ਕੁਝ ਮੰਗਦੇ ਹੋ, ਦੁੱਧ ਮੰਗਦੇ ਹੋ, ਪੁੱਤ ਮੰਗਦੇ ਹੋ, ਖੁਸ਼ੀਆਂ ਮੰਗਦੇ ਹੋ। ਸਤਿਗੁਰੂ ਤੁਹਾਨੂੰ ਸਭ ਕੁਝ ਦਿੰਦਾ ਹੈ, ਪਰ ਗੁਰੂ ਵੀ ਤੁਹਾਡੇ ਕੋਲੋਂ ਇੱਕ ਗੱਲ ਮੰਗਦਾ ਹੈ ਕਿ ਅਖਵਾਓ ਤਾਂ ਗੁਰੂ ਦੇ ਸਿੱਖ, ਪਰ ਇਹ ਅਖਵਾਉਣ ਦੇ ਅਧਿਕਾਰ ਲਈ ਤੁਸੀਂ ਕੀ ਕਰਦੇ ਹੋ? ਆਧੁਨਿਕ ਭਾਵ ਮਾਡਰਨ ਜ਼ਮਾਨੇ ਦੇ ਸਨਮੁਖ ਸਿੱਖ ਧਰਮ ਦੀ ਵਿਲੱਖਣਤਾ ਤੇ ਮਹੱਤਤਾ। ਅਖੀਰ ਵਿੱਚ ਜਾ ਕੇ ਭਾਈ ਜਸਵੰਤ ਸਿੰਘ ਖਾਲੜਾ ਨੇ ਸਿੱਖ ਧਰਮ ਦੀ ਆਧੁਨਿਕ ਰਾਜਾਂ ਤੇ ਸਮਾਜਾਂ ਨਾਲ ਤੁਲਨਾ ਕਰਨ ਦਾ ਸਭ ਨਾਲੋਂ ਅਹਿਮ ਸਿਧਾਂਤਕ ਨੁਕਤਾ ਛੋਹਿਆ ਸੀ। ਉਸਨੇ ਇਤਿਹਾਸ ਉੱਤੇ ਲੰਮੀ ਨਜ਼ਰ ਮਾਰਦਿਆਂ ਦੱਸਿਆ ਸੀ ਕਿ ਇਤਿਹਾਸ ਅੰਦਰ ਰਾਜ ਬਣਦੇ ਰਹੇ, ਰਾਜ ਟੁੱਟਦੇ ਰਹੇ, ਲੇਕਿਨ ਦੁਨੀਆ ਦੇ ਉੱਤੇ ਜੋ ਸਿੱਖ ਧਰਮ ਆਇਆ, ਜੇ ਉਹ ਸਤਿਗੁਰਾਂ ਦੇ ਦਿਖਾਏ ਰਸਤੇ ਤੇ ਚੱਲਿਆ ਤਾਂ ਨਾ ਉਹ ਟੁੱਟਿਆ ਤੇ ਨਾ ਉਸਦੀ ਕਿਸੇ ਨੇ ਥਾਂ ਲਈ ਹੈ। ਤਾਂ ਸਿੱਖ ਧਰਮ ਦੁਨੀਆ ਦੇ ਸਾਹਮਣੇ ਅੱਜ ਮਨੁੱਖੀ ਅਧਿਕਾਰਾਂ ਦਾ ਵੀ ਇੱਕ ਨਮੂਨਾ ਪੇਸ਼ ਕਰੇਗਾ। ਕਈ ਕਹਿੰਦੇ ਨੇ ਕਿ ਧਰਮ ਦੇ ਆਧਾਰ ਤੇ ਖੜ ਕੇ ਰਾਜਨੀਤਿਕ ਮੰਗਾਂ ਕਰਨੀਆਂ ਜਮਹੂਰੀਅਤ ਦੇ ਸਿਧਾਂਤ ਦੇ ਉਲਟ ਹੈ। ਭਾਈ ਖਾਲੜਾ ਨੇ ਇਸ ਧਾਰਨਾ ਦੀ ਪੈੜ ਕੱਢਦਿਆਂ ਦੱਸਿਆ ਕਿ ਜਦੋਂ ਪੱਛਮੀ ਮੁਲਕਾਂ ਅੰਦਰ ਸਨਅਤੀ ਤਕਨੀਕ ਦੇ ਵਿਕਾਸ ਨਾਲ ਰਾਜ ਦੇ ਨਵੇਂ ਮਾਡਲ ਖੜੇ ਕੀਤੇ ਗਏ, ਜਦੋਂ ਵੋਟਾਂ ਨਾਲ ਰਾਜ ਬਣਾਉਣ ਦੀ ਰੀਤ ਪ੍ਰਚਲਿਤ ਹੋਈ, ਜਿਹਨੂੰ ਤੁਸੀਂ ਜਮਹੂਰੀਅਤ ਕਹਿੰਦੇ ਹੋ, ਤਾਂ ਠੀਕ ਉਸੇ ਸਮੇਂ ਦਸਮ ਪਾਤਸ਼ਾਹ ਨੇ ਸਮਾਜ ਸਿਰਜਣ ਲਈ ਇੱਕ ਨਵਾਂ ਰਾਜ ਸਿਰਜਣ ਲਈ ਇੱਕ ਸਿਧਾਂਤ ਦਿੱਤਾ। ਜਮਹੂਰੀਅਤ ਵੀ ਦਿੱਤੀ, ਪਰ ਉੱਤੇ ਧਰਮ ਦਾ ਕੁੰਡਾ ਦਿੱਤਾ। ਦਸ਼ਮੇਸ਼ ਪਿਤਾ ਦੇ ਪੈਰੋਕਾਰ ਦੁਨੀਆ ਦੀ ਸਟੇਜ ਤੇ ਆਪਣੇ ਫਲਸਫੇ ਨੂੰ ਚਾਹੇ ਇੰਨੇ ਜ਼ੋਰ ਨਾਲ ਨਹੀਂ ਰੱਖ ਸਕੇ, ਪਰ ਉਸੇ ਸਮੇਂ ਦੋ ਫਲਸਫੇ ਦੁਨੀਆ ਵਿੱਚ ਹੋਰ ਪੈਦਾ ਹੋਏ, ਜਿਹੜੇ ਇਹਨਾਂ 3 ਸਦੀਆਂ ਤੱਕ ਚੱਲੇ ਨੇ। ਇੱਕ ਮਾਰਕਸੀ ਫਲਸਫਾ, ਜਿਹੜਾ ਪਦਾਰਥਵਾਦ ਉੱਤੇ ਖਲੋ ਕੇ ਜਮਾਤ ਰਹਿਤ ਸਮਾਜ ਸਿਰਜਣ ਦੀ ਗੱਲ ਕਰਦਾ ਹੈ। ਦੂਜਾ ਖੁੱਲੀ ਮੰਡੀ ਵਾਲਾ ਪੂੰਜੀਵਾਦੀ ਫਲਸਫਾ, ਜਿਹੜਾ ਪਦਾਰਥਕ ਖੁਸ਼ਹਾਲੀ ਵਾਸਤੇ ਰਾਜ ਸਿਰਜਣ ਦੀ ਗੱਲ ਕਰਦਾ ਸੀ। ਦੋਨੋਂ ਫਲਸਫੇ ਕਹਿੰਦੇ ਸੀ ਧਰਮ ਤੇ ਰਾਜਨੀਤੀ ਅਲੱਗ ਹੋਣੇ ਚਾਹੀਦੇ ਨੇ। ਦੋਨੋਂ ਦੁਨੀਆ ਵਿੱਚ ਫੇਲ ਹੋਏ ਨੇ। ਮਾਰਕਸਵਾਦ ਬੁਰੀ ਤਰ੍ਹਾਂ ਫੇਲ ਹੋਇਆ ਤੇ ਉਸ ਦੇ ਮੁਕਾਬਲੇ ਤੇ ਖੁੱਲੀ ਮੰਡੀ ਵਾਲਾ ਧਰਮ ਰਹਿਤ ਪੂੰਜੀਵਾਦ ਸਾਰੀਆਂ ਬਿਮਾਰੀਆਂ ਦੀ ਜੜ ਬਣ ਕੇ ਸਾਰੇ ਪੱਛਮੀ ਜਗਤ ਨੂੰ ਚੰਬੜ ਗਿਆ। ਇਸ ਧਰਮ ਰਹਿਤ ਸਮਾਜ ਤੇ ਧਰਮ ਰਹਿਤ ਰਾਜ ਦੇ ਫਲਸਫੇ ਨੇ ਅੱਜ ਮਨੁੱਖੀ ਸਮਾਜ ਦੀ ਬੁਨਿਆਦੀ ਇਕਾਈ ਪਰਿਵਾਰ ਨੂੰ ਵੀ ਤੋੜ ਦਿੱਤਾ ਹੈ, ਸਮਾਜਿਕ ਸਬੰਧਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਪੱਛਮ ਦੇ ਵਿਦਵਾਨ ਤੇ ਰਾਜਨੀਤੀਵਾਨ ਹੁਣ ਇਹ ਗੱਲ ਮੰਨਣ ਲੱਗ ਪਏ ਨੇ ਕਿ ਇਹ ਪ੍ਰਣਾਲੀ ਵੀ ਠੀਕ ਨਹੀਂ ਚੱਲ ਰਹੀ। ਇਹ ਪ੍ਰਣਾਲੀ ਇਸ ਕਰਕੇ ਠੀਕ ਨਹੀਂ ਚੱਲ ਰਹੀ ਕਿ ਰਾਜਨੀਤੀ ਵਿੱਚ ਨੈਤਿਕਤਾ ਭਾਵ ਸਦਾਚਾਰ ਨਹੀਂ ਰਹੀ।
ਖੁੱਲ੍ਹੇ ਮੁਕਾਬਲੇ ਵਿੱਚ ਸਮਾਜ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਰਹੀ। ਸਮਾਜਿਕ ਜ਼ਿੰਦਗੀ ਦੇ ਵਿੱਚ ਆਪਸੀ ਪ੍ਰੇਮ ਭਾਵ ਨਹੀਂ ਰਿਹਾ। ਅੱਜ ਭਰਾਵੋ, ਦੁਨੀਆ ਦੇ ਏਜੰਡੇ ਤੇ ਇਹ ਸਵਾਲ ਹੈ ਕਿ 21ਵੀਂ ਸਦੀ ਦੀ ਰਾਜਨੀਤਿਕ ਪ੍ਰਣਾਲੀ ਕੀ ਹੋਵੇਗੀ। ਪੱਛਮੀ ਫਿਲਾਸਫਰ ਅਜਿਹੇ ਸਿਧਾਂਤ ਲਿਆ ਰਹੇ ਨੇ ਜਿਹਨੂੰ ਅਜੇ ਉਹ ਨੈਤਿਕਤਾ ਤੇ ਆਧਾਰਿਤ ਰਾਜਨੀਤੀ ਕਹਿੰਦੇ ਨੇ, ਲੇਕਿਨ ਹੈ ਉਹ ਸਾਡੇ ਸਤਿਗੁਰੂ ਦੀ ਬਖਸ਼ੀ ਧਰਮ ਆਧਾਰਿਤ ਰਾਜਨੀਤੀ। ਸਾਡੇ ਸਿਧਾਂਤ ਕਹਿੰਦੇ ਨੇ ਕਿ ਜਦ ਰਾਜਾ ਧਰਮ ਤੋਂ ਦੂਰ ਹੋ ਜਾਂਦਾ ਹੈ ਤਾਂ ਉਹ ਸਿੰਘ ਬਣ ਜਾਂਦਾ ਹੈ, ਉਸਦੇ ਅਹਿਲਕਾਰ ਭਾਵ ਸਿਸਟਮ ਕੁੱਤੇ ਬਣ ਜਾਂਦੇ ਨੇ। ਜੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਤਾਂ ਧਰਮ ਦਾ ਕੁੰਡਾ ਰਾਜ ਦੇ ਉੱਤੇ ਹੋਣਾ ਚਾਹੀਦਾ ਹੈ। ਇਹ ਸਿਧਾਂਤ ਸਾਡੇ ਸਤਿਗੁਰਾਂ ਨੇ ਕੱਲੇ ਸਿੱਖਾਂ ਨੂੰ ਨਹੀਂ, ਸਮੁੱਚੀ ਮਾਨਵਤਾ ਨੂੰ ਦਿੱਤਾ ਸੀ। ਆਓ ਪੂਰੇ ਭਰੋਸੇ ਦੇ ਨਾਲ ਇਸ ਫਲਸਫੇ ਨੂੰ ਦੁਨੀਆ ਦੇ ਅੱਗੇ ਰੱਖੀਏ ਕਿ ਦੁਨੀਆ ਵਾਲਿਓ, ਜੇ ਪਰਿਵਾਰਕ ਬਿਮਾਰੀਆਂ, ਸਮਾਜਿਕ ਬਿਮਾਰੀਆਂ, ਰਾਜਨੀਤਿਕ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਧਰਮ ਆਧਾਰਿਤ ਰਾਜਨੀਤੀ ਦੇ ਆਧਾਰ ਤੇ ਰਾਜ ਸਿਰਜੋ। ਅੱਜ ਦੁਨੀਆ ਵਿੱਚ ਕਈ ਮਾਡਰਨ ਲਹਿਰਾਂ ਚੱਲ ਰਹੀਆਂ ਨੇ ਕਿ ਕੁਦਰਤ ਨੂੰ ਬਚਾਓ, ਮਾਨਵਤਾ ਨੂੰ ਬਚਾਓ, ਵਾਤਾਵਰਣ ਨੂੰ ਬਚਾਓ। ਇਹਨਾਂ ਸਾਰਿਆਂ ਦਾ ਇੱਕੋ ਇੱਕ ਹੱਲ ਹੈ ਕਿ ਆਪਣੇ ਸਮਾਜ ਨੂੰ, ਆਪਣੇ ਰਾਜ ਨੂੰ ਧਰਮ ਦੇ ਆਧਾਰ ਤੇ ਜਥੇਬੰਦ ਕਰੋ। ਮਨੁੱਖਤਾ ਦਾ ਭਲਾ ਇਸੇ ਗੱਲ ਵਿੱਚ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਤਾਂ ਅਸੀਂ ਫਿਰਕਾ ਪ੍ਰਸਤ ਨਹੀਂ ਹੁੰਦੇ। ਭਾਈ ਜਸਵੰਤ ਸਿੰਘ ਖਾਲੜਾ ਨੇ ਭਾਰਤੀ ਰਾਜ ਦੀ ਬੁਨਿਆਦੀ ਕਾਣ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਸੀ ਕਿ ਸਦੀਆਂ ਦੀ ਗੁਲਾਮੀ ਭੋਗਣ ਤੋਂ ਬਾਅਦ ਉਹਨਾਂ ਜਿਹੜਾ ਰਾਜ ਸਿਰਜਿਆ ਉਹ ਧਰਮ ਭਾਵ ਸਦਾਚਾਰ ਤੇ ਆਧਾਰਿਤ ਨਾ ਹੋਣ ਕਰਕੇ ਉਹ ਅੱਜ ਬੰਦੇ ਨੂੰ ਬੰਦਾ ਨਹੀਂ ਸਮਝਦੇ। ਉਹਨਾਂ ਦਾ ਵੀ ਹੱਲ ਸਦਾਚਾਰੀ ਧਰਮ ਤੇ ਆਧਾਰਿਤ ਸਮਾਜ ਤੇ ਰਾਜ ਨੂੰ ਜਥੇਬੰਦ ਕਰਕੇ ਹੀ ਹੋ ਸਕਦਾ ਹੈ। ਭਾਈ ਖਾਲੜਾ ਨੇ ਤੰਜ਼ੀਆ ਲਹਿਜ਼ੇ ਵਿੱਚ ਕਿਹਾ ਸੀ ਕਿ ਦਿੱਲੀ ਵਾਲਿਓ, ਤੁਹਾਨੂੰ ਤੁਹਾਡਾ ਘਰ ਮੁਬਾਰਕ, ਤੁਹਾਨੂੰ ਤੁਹਾਡਾ 33 ਕਰੋੜ ਦੇਵੀ ਦੇਵਤਿਆਂ ਵਾਲਾ ਰਾਜ ਮੁਬਾਰਕ ਹੈ, ਪਰ ਸਾਨੂੰ ਸਾਡੇ ਫਲਸਫੇ ਅਨੁਸਾਰ ਆਪਣਾ ਰਾਜ ਸਿਰਜ ਲੈਣ ਦਿਓ। ਦੁਨੀਆ ਦੋਵਾਂ ਰਾਜਾਂ ਦੀ ਤੁਲਨਾ ਕਰਕੇ ਦੇਖ ਲਵੇਗੀ ਕਿ ਕਿਹੜਾ ਰਾਜ ਚੰਗਾ ਹੈ ਤੇ ਕਿਹੜਾ ਮਾੜਾ ਹੈ। ਇਸ ਸਮਾਗਮ ਉਪਰੰਤ ਭਾਈ ਖਾਲੜਾ ਆਪਣੀ ਕੈਨੇਡਾ ਦੀ ਪਹਿਲੀ ਸੰਖੇਪ ਪਰ ਬੇਹੱਦ ਮਹੱਤਵਪੂਰਨ ਫੇਰੀ ਪੂਰੀ ਕਰਕੇ ਪੰਜਾਬ ਮੁੜਨ ਲਈ ਇੰਗਲੈਂਡ ਨੂੰ ਰਵਾਨਾ ਹੋ ਗਿਆ ਸੀ। ਇੰਗਲੈਂਡ ਵਿੱਚ ਕੁਝ ਦਿਨ ਆਪਣੇ ਭਰਾਵਾਂ ਕੋਲ ਠਹਿਰਨ ਤੇ ਵਾਕਫਕਾਰਾਂ ਨੂੰ ਮਿਲਣ ਤੋਂ ਬਾਅਦ ਉਹ ਕਾਹਲੀ ਨਾਲ ਪੰਜਾਬ ਪਰਤ ਆਇਆ ਸੀ। ਦੂਜੀ ਫੇਰੀ ਜੂਨ 1995। ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਨੇ ਜੂਨ 1984 ਤੋਂ ਬਾਅਦ ਕੈਨੇਡਾ ਦੀ ਸਰਕਾਰ ਤੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਭਾਰਤ ਅੰਦਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਨੂੰ ਕੁਚਲੇ ਜਾਣ ਬਾਰੇ ਜਾਣਕਾਰੀ ਦੇਣ ਅਤੇ ਇਸ ਮਾਮਲੇ ਵਿੱਚ ਉਹਨਾਂ ਦੀ ਬੜਮੁੱਲੀ ਹਮਾਇਤ ਹਾਸਲ ਕਰਨ ਦੇ ਮੰਤਵ ਨਾਲ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੇ ਅੰਤ ਭਾਵ ਵੀਕਐਂਡ ਵਿੱਚ ਪਾਰਲੀਮੈਂਟ ਦੇ ਅਹਾਤੇ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਨ ਦੀ ਰੀਤ ਪ੍ਰਚਲਿਤ ਕੀਤੀ ਸੀ, ਜਿਹੜੀ ਅਜੇ ਤੱਕ ਨਿਰਵਿਘਨ ਚੱਲ ਰਹੀ ਹੈ। ਇਸ ਸਮਾਗਮ ਵਿੱਚ ਭਾਰਤ ਜਾਂ ਪੰਜਾਬ ਤੋਂ ਮਨੁੱਖੀ ਅਧਿਕਾਰਾਂ ਜਾਂ ਇਸ ਨਾਲ ਜੁੜਵੇਂ ਹੋਰਨਾਂ ਖੇਤਰਾਂ ਵਿੱਚ ਕਰਮਸ਼ੀਲ ਪ੍ਰਮੁੱਖ ਹਸਤੀਆਂ ਨੂੰ ਉਚੇਚਾ ਸੱਦਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੈਨੇਡਾ ਦੇ ਮੰਤਰੀਆਂ ਤੇ ਪਾਰਲੀਮੈਂਟ ਦੇ ਮੈਂਬਰਾਂ ਦੇ ਰੂਬਰੂ ਕੀਤਾ ਜਾਂਦਾ ਹੈ। ਇਸ ਸਾਲਾਨਾ ਸਮਾਗਮ ਵਿੱਚ ਕੈਨੇਡਾ ਦੇ ਵਸਨੀਕ ਮੌਤਬਰ ਸਿੱਖ ਵੀ ਸੱਦੇ ਜਾਂਦੇ ਨੇ। ਮਾਰਚ 1995 ਵਿੱਚ ਜਦੋਂ ਭਾਈ ਜਸਵੰਤ ਸਿੰਘ ਖਾਲੜਾ ਸੈਮੀਨਾਰ ਵਿੱਚ ਬੋਲਣ ਲਈ ਓਟਵਾ ਪਹੁੰਚਿਆ ਸੀ, ਉਦੋਂ ਹੀ ਵਰਲਡ ਸਿੱਖ ਆਰਗੇਨਾਈਜੇਸ਼ਨ ਭਾਵ WSO ਨੇ ਉਸ ਨੂੰ ਜੂਨ ਵਿੱਚ ਹੋਣ ਵਾਲੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਦਾ ਨਿੱਘਾ ਸੱਦਾ ਦੇ ਦਿੱਤਾ ਸੀ, ਜਿਸ ਨੂੰ ਭਾਈ ਖਾਲੜਾ ਨੇ ਖੁਸ਼ੀ ਨਾਲ ਪ੍ਰਵਾਨ ਕਰ ਲਿਆ ਸੀ, ਕਿਉਂਕਿ ਉਦੋਂ ਤੱਕ ਹਿਊਮਨ ਰਾਈਟਸ ਵਿੰਗ ਨੇ ਅਣਪਛਾਤੀਆਂ ਲਾਸ਼ਾਂ ਦੀ ਹਕੀਕਤ ਬਾਰੇ ਬਹੁਤ ਸਾਰੇ ਤੱਥ ਇਕੱਠੇ ਕਰ ਲਏ ਹੋਏ ਸਨ ਅਤੇ ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਅੰਦਰ ਮਨੁੱਖੀ ਹੱਕਾਂ ਦੀਆਂ ਘੋਰ ਉਲੰਘਣਾਵਾਂ ਤੋਂ ਸਾਰੀ ਦੁਨੀਆ ਨੂੰ, ਖਾਸ ਕਰਕੇ ਪੱਛਮੀ ਦੇਸ਼ਾਂ ਦੀਆਂ ਜਮਹੂਰੀ ਹਕੂਮਤਾਂ ਨੂੰ ਜਾਣੂ ਕਰਵਾਉਣਾ ਚਾਹੁੰਦਾ ਸੀ। ਸੋ ਕੀਤੇ ਹੋਏ ਵਾਅਦੇ ਦੇ ਮੁਤਾਬਕ
ਜਸਵੰਤ ਸਿੰਘ 5 ਜੂਨ ਨੂੰ ਓਟਵਾ ਪਹੁੰਚ ਗਿਆ ਸੀ। ਇਸ ਵਾਰੀ ਵੀ ਉਸ ਦੇ ਆਉਣ ਦਾ ਪ੍ਰੋਗਰਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। 5 ਜੂਨ ਦੀ ਸ਼ਾਮ ਨੂੰ ਰੀਤ ਮੁਤਾਬਕ ਕੈਨੇਡੀਅਨ ਪਾਰਲੀਮੈਂਟ ਦੇ ਕਨਵੈਨਸ਼ਨ ਹਾਲ ਨੰਬਰ 200 ਵੈਸਟ ਬਲਾਕ ਵਿੱਚ ਸਮਾਗਮ ਦਾ ਰਸਮੀ ਆਰੰਭ ਹੋਇਆ। ਸਮਾਗਮ ਵਿੱਚ ਕੈਨੇਡਾ ਸਰਕਾਰ ਦੇ ਤਤਕਾਲੀ ਵਿੱਤ ਮੰਤਰੀ ਭਾਵ ਫਾਈਨੈਂਸ ਮਿਨਿਸਟਰ ਪੌਲ ਮਾਰਟਨ, ਕੈਨੇਡਾ ਦੀ ਸੋਲਿਸਿਟਰ ਜਨਰਲ ਤੇ ਹਾਊਸ ਲੀਡਰ ਹਰਬ ਗ੍ਰੇ, ਸ਼੍ਰੀਮਤੀ ਕੁਲੀਨ ਬੌਮੀਏ, ਕੈਲੀਫੋਰਨੀਆ ਤੋਂ ਅਮਰੀਕੀ ਸੈਨੇਟ ਦਾ ਮੈਂਬਰ ਮਿਸਟਰ ਡੋਲਿਟਲ, ਅਮਰੀਕਾ ਦੇ ਪ੍ਰਸਿੱਧ ਸਿੱਖ ਕਾਰੋਬਾਰੀ ਤੇ ਰਾਜਸੀ ਆਗੂ ਸਰਦਾਰ ਦੀਦਾਰ ਸਿੰਘ ਬੈਂਸ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਦੇ ਸਾਰੇ ਆਗੂ ਪਹੁੰਚੇ ਹੋਏ ਸਨ। ਸਮਾਗਮ ਦਾ ਆਰੰਭ ਪੌਲ ਮਾਰਟਿਨ ਦੀ ਸਪੀਚ ਨਾਲ ਹੋਇਆ ਸੀ ਅਤੇ ਉਸ ਤੋਂ ਬਾਅਦ ਵਾਰੋ-ਵਾਰੀ ਹਰਬ ਗ੍ਰੇ ਤੇ ਮਿਸਟਰ ਡੋਲਿਟਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਭਾਰਤ ਅੰਦਰ ਸਿੱਖਾਂ ਨੂੰ ਦਰਪੇਸ਼ ਔਕੜਾਂ ਪ੍ਰਤੀ ਆਪਣੇ ਗਹਿਰੇ ਸਰੋਕਾਰ ਪ੍ਰਗਟ ਕੀਤੇ ਸਨ। ਉਪਰੋਕਤ ਸਾਰੇ ਬੁਲਾਰਿਆਂ ਨੇ ਪੰਜਾਬ ਵਿੱਚ ਸਿੱਖਾਂ ਉੱਤੇ ਹੋ ਰਹੇ ਜ਼ੁਲਮਾਂ ਦੇ ਸੰਦਰਭ ਵਿੱਚ ਮਨੁੱਖੀ ਹੱਕਾਂ ਦੀ ਰੱਖਿਆ ਕਰਨ ਦੀ ਭਾਰੀ ਅਹਿਮੀਅਤ ਉੱਤੇ ਜ਼ੋਰ ਦਿੱਤਾ ਸੀ। ਉਸ ਤੋਂ ਬਾਅਦ ਭਾਈ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਬੁਲਾਰੇ ਵਜੋਂ ਕੈਨੇਡਾ ਦੇ ਪਤਵੰਤੇ ਭਾਈਚਾਰੇ ਨੂੰ ਸੰਬੋਧਨ ਕੀਤਾ ਸੀ। ਉਸਨੇ ਹਾਜ਼ਰੀਨ ਨਾਲ ਆਪਣੇ ਨਿੱਜੀ ਅਨੁਭਵ ਸਾਂਝੇ ਕਰਦੇ ਹੋਏ ਭਾਰਤੀ ਜਮਹੂਰੀਅਤ ਦਾ ਦੰਭ ਤੇ ਖੋਖਲਾਪਨ ਉਜਾਗਰ ਕੀਤਾ। ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਸਮਾਗਮ ਵਿੱਚ ਭਾਈ ਖਾਲੜਾ ਵੱਲੋਂ ਅੰਗਰੇਜ਼ੀ ਵਿੱਚ ਦਿੱਤੀ ਗਈ ਪੂਰੀ ਤਕਰੀਰ ਦਾ ਪੰਜਾਬੀ ਅਨੁਵਾਦ ਦੇ ਰਹੇ ਹਾਂ। ਇਹ ਅਨੁਵਾਦ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਭਾਈ ਖਾਲੜਾ ਦੀ ਸਪੀਚ ਦੀ ਅੰਗਰੇਜ਼ੀ ਵਿੱਚ ਛਾਪੀ ਗਈ ਸਕ੍ਰਿਪਟ ਤੇ ਆਧਾਰਿਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਾਬ ਵਿੱਚ ਰਹਿੰਦੇ ਸਿੱਖਾਂ ਵੱਲੋਂ ਮੈਂ ਕੈਨੇਡਾ ਦੀ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਸਖਤ ਚਿੱਠੀ ਲਿਖ ਕੇ ਟਾਡਾ ਭਾਵ ਭਾਰਤ ਸਰਕਾਰ ਵੱਲੋਂ ਵਿਰੋਧੀਆਂ ਨੂੰ ਬਿਨਾਂ ਮੁਕੱਦਮਾ ਚਲਾਏ ਨਜ਼ਰਬੰਦ ਕਰਨ ਦੀ ਤਾਕਤ ਨਾਲ ਲੈਸ ਕਰਨ ਵਾਲੇ ਕਾਲੇ ਕਾਨੂੰਨ ਨੂੰ ਵਾਪਸ ਲੈਣ ਲਈ ਕਿਹਾ। ਮੈਂ ਉਮੀਦ ਕਰਦਾ ਕਿ ਕੈਨੇਡਾ ਦੇ ਲੋਕ, ਸਰਕਾਰ ਦੇ ਮੈਂਬਰ ਅਤੇ ਕੈਨੇਡੀਅਨ ਪਾਰਲੀਮੈਂਟ ਭਾਰਤ ਵਿੱਚ ਉੱਥੋਂ ਦੀ ਸਰਕਾਰ ਵੱਲੋਂ ਆਮ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਤੋਂ ਰੱਖਿਆ ਕਰਨ ਵਿੱਚ ਮਦਦ ਕਰਨਗੇ। ਇੱਕ ਨਵੀਂ ਗੱਲ ਜੋ ਮੈਂ ਇੱਥੇ ਆ ਕੇ ਮਹਿਸੂਸ ਕੀਤੀ ਹੈ ਤੇ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਇਹ ਹੈ ਕਿ ਜਦੋਂ ਮੈਂ ਇਸ ਪਾਰਲੀਮੈਂਟ ਸਮੂਹ ਅੰਦਰ ਦਾਖਲ ਹੋਇਆ ਤਾਂ ਮੈਨੂੰ ਭੋਰਾ ਵੀ ਉਮੀਦ ਨਹੀਂ ਸੀ ਕਿ ਮੈਂ ਆਪਣੀ ਕਿਰਪਾਨ ਅੰਦਰ ਲਿਜਾ ਸਕਾਂਗਾ। ਪਰ ਮੈਨੂੰ ਬੇਹੱਦ ਖੁਸ਼ੀ ਹੋਈ ਜਦੋਂ ਮੇਰੇ ਮੇਜ਼ਬਾਨ ਨੇ ਮੈਨੂੰ ਇਹ ਦੱਸਿਆ ਕਿ ਮੈਂ ਕੈਨੇਡਾ ਦੇ ਪਾਰਲੀਮੈਂਟ ਹਾਊਸ ਅੰਦਰ ਕਿਰਪਾਨ ਲਿਜਾ ਸਕਦਾ। ਭਾਰਤ ਵਿੱਚ ਜਦੋਂ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਮਿਸਾਲੀ ਵੋਟਾਂ ਨਾਲ ਜਿੱਤ ਹਾਸਲ ਕਰਨ ਬਾਅਦ ਕਿਰਪਾਨ ਸਮੇਤ ਪਾਰਲੀਮੈਂਟ ਵਿੱਚ ਮੈਂਬਰ ਵਜੋਂ ਸਹੁੰ ਚੁੱਕਣ ਲਈ ਗਿਆ ਤਾਂ ਉਸ ਨੂੰ ਅੰਦਰ ਜਾਣ ਤੋਂ ਰੋਕ ਲਿਆ ਗਿਆ ਸੀ। ਭਾਰਤ ਲਈ ਇਹ ਬੜੀ ਸ਼ਰਮਨਾਕ ਗੱਲ ਹੈ। ਸਾਨੂੰ ਅਫਸੋਸ ਹੈ ਕਿ ਭਾਰਤ, ਜਿਸ ਨੂੰ ਅਸੀਂ ਆਪਣਾ ਮੁਲਕ ਮੰਨਦੇ ਹਾਂ, ਦੀ ਪਾਰਲੀਮੈਂਟ ਵਿੱਚ ਸਾਨੂੰ ਆਪਣੇ ਧਾਰਮਿਕ ਚਿੰਨ੍ਹ ਲਿਜਾਣ ਦੀ ਆਜ਼ਾਦੀ ਨਹੀਂ ਹੈ। ਵੇਖਣ ਵਾਲਾ ਖਾਸ ਨੁਕਤਾ ਇਹ ਹੈ ਕਿ ਭਾਰਤੀ ਸੰਵਿਧਾਨ ਦੇ 400 ਪੰਨਿਆਂ ਵਾਲੇ ਦਸਤਾਵੇਜ਼ ਵਿੱਚ ਸਿਰਫ ਇੱਕ ਸਤਰ ਹੈ ਜੋ ਸਿੱਖਾਂ ਨਾਲ ਸੰਬੰਧਿਤ ਹੈ, ਅਤੇ ਉਹ ਇਹ ਹੈ ਕਿ ਸਿੱਖ ਕਿਰਪਾਨ ਪਹਿਨ ਸਕਦੇ ਨੇ ਤੇ ਆਪਣੇ ਨਾਲ ਲਿਜਾ ਸਕਦੇ ਨੇ। ਭਾਰਤੀ ਸੰਵਿਧਾਨ ਵਿੱਚ ਸਿਰਫ ਇੰਨਾ ਹੀ ਹੈ। ਫਿਰ ਜਦੋਂ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਚੋਣਾਂ ਵਿੱਚ ਜਿੱਤਣ ਉਪਰੰਤ ਪਾਰਲੀਮੈਂਟ ਵਿੱਚ ਜਾਣ ਲੱਗਿਆ ਤਾਂ ਉਸ ਨੂੰ ਡੱਕ ਲਿਆ ਗਿਆ ਸੀ ਕਿਉਂਕਿ ਉਸਨੇ ਕਿਰਪਾਨ ਪਹਿਨੀ ਹੋਈ ਸੀ। ਸੋ ਇਸ ਤਰ੍ਹਾਂ ਦੇ ਹਾਲਾਤ ਨੇ। ਹੁਣ ਮੈਂ ਅੱਜ ਦੇ ਅਸਲ ਮੁੱਦੇ ਵੱਲ ਆਉਣਾ। ਮੈਂ ਆਪਣੇ ਨਾਲ ਵਾਪਰੀ ਕਹਾਣੀ ਦੱਸਦਾ। ਜੂਨ 1984 ਦੇ ਸ਼ਹੀਦੀ ਦਿਹਾੜੇ, ਜਿਹੜਾ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਉੱਤੇ ਹਮਲੇ ਅਤੇ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ ਵਿਰੁੱਧ ਰੋਸ ਵਜੋਂ ਮਨਾਇਆ ਜਾਂਦਾ ਹੈ, ਮੌਕੇ ਮੈਨੂੰ ਅਤੇ ਮੇਰੇ ਸਾਥੀਆਂ ਨੂੰ 5 ਵਾਰੀ ਗ੍ਰਿਫਤਾਰ ਕੀਤਾ ਗਿਆ। ਸਿੱਖਾਂ ਨੂੰ ਦਰਬਾਰ ਸਾਹਿਬ ਵਿੱਚ ਇਹ ਦਿਨ ਮਨਾਉਣ ਤੋਂ ਰੋਕਿਆ ਜਾਂਦਾ ਹੈ। ਜੂਨ 84 ਦੇ ਹਮਲੇ ਤੋਂ ਬਾਅਦ ਦਰਬਾਰ ਸਾਹਿਬ ਦੇ ਇਹ ਹਾਲਾਤ ਨੇ।
ਸਾਨੂੰ ਪੂਰੀ ਜਾਮਾ ਤਲਾਸ਼ੀ ਲੈਣ ਬਾਅਦ ਹੀ ਸਾਡੇ ਉੱਚ ਧਾਰਮਿਕ ਸਥਾਨ ਦੇ ਦਰਸ਼ਨ ਕਰਨ ਦਿੱਤੇ ਜਾਂਦੇ ਨੇ। ਇਸ ਤਰ੍ਹਾਂ ਸਾਡਾ ਦਰਬਾਰ ਸਾਹਿਬ ਸੁਰੱਖਿਆ ਦਲਾਂ ਦੇ ਕਬਜ਼ੇ ਵਿੱਚ ਹੈ। ਸਾਡੇ ਧਾਰਮਿਕ ਹੱਕ ਅਤੇ ਸਾਡੇ ਆਪਣੇ ਹੀ ਧਰਮ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੀ ਮਨਾਹੀ ਕੀਤੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਤੁਸੀਂ ਸਾਡੇ ਰਾਜਨੀਤਿਕ ਨਿਸ਼ਾਨੇ ਦੀ ਪੂਰਤੀ ਵਿੱਚ ਮਦਦ ਨਹੀਂ ਵੀ ਕਰ ਸਕਦੇ ਤਾਂ ਘੱਟੋ ਘੱਟ ਸਾਡੇ ਮੁੱਢਲੇ ਅਧਿਕਾਰਾਂ ਦੀ ਬਹਾਲੀ ਵਿੱਚ ਸਾਡੇ ਮਦਦਗਾਰ ਹੋਵੋ, ਜਿਨ੍ਹਾਂ ਤੋਂ ਅਸੀਂ ਵਿਰਵੇ ਕੀਤੇ ਹੋਏ ਹਾਂ। ਹਾਲਾਤ ਇਹ ਨੇ ਕਿ ਅਸੀਂ ਦਰਬਾਰ ਸਾਹਿਬ ਵਿੱਚ ਸ਼ਹੀਦੀ ਦਿਹਾੜਾ ਨਹੀਂ ਮਨਾ ਸਕਦੇ ਅਤੇ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮੈਂ ਇਸ ਦਿਹਾੜੇ ਦੀ ਯਾਦ ਮਨਾ ਰਿਹਾ, ਤੇ ਉਹ ਵੀ ਉਸ ਥਾਂ ਕੈਨੇਡਾ ਤੇ ਜਿਹੜੀ ਪੰਜਾਬ ਭਾਰਤ ਵਿੱਚ ਨਹੀਂ। ਇਸੇ ਤਰ੍ਹਾਂ ਮੈਂ ਮਨੁੱਖੀ ਅਧਿਕਾਰਾਂ ਸੰਬੰਧੀ ਕੁਝ ਹੋਰ ਗੱਲਾਂ ਵੀ ਸਾਂਝੀਆਂ ਕਰਨਾ ਚਾਹੁੰਦਾ, ਕਿਉਂਕਿ UN ਦੇ ਮਨੁੱਖੀ ਅਧਿਕਾਰਾਂ ਸੰਬੰਧੀ ਚਾਰਟਰ ਅਨੁਸਾਰ ਦੁਨੀਆ ਵਿੱਚ ਕੁਝ ਕੌਮਾਂਤਰੀ ਮਨੁੱਖੀ ਅਧਿਕਾਰ ਹਰੇਕ ਵਿਅਕਤੀ ਨੂੰ ਮਿਲੇ ਹੋਏ ਨੇ, ਪਰ ਭਾਰਤ ਵਿੱਚ ਸਾਡੇ ਮੁੱਢਲੇ ਮਨੁੱਖੀ ਅਧਿਕਾਰ ਖੋਹੇ ਹੋਏ ਨੇ। ਜਿਵੇਂ ਮੈਂ ਦੱਸਿਆ, ਸਾਨੂੰ ਧਰਮ ਨੂੰ ਮੰਨਣ ਦਾ ਅਧਿਕਾਰ ਨਹੀਂ ਹੈ। ਦੂਸਰਾ ਮਨੁੱਖੀ ਅਧਿਕਾਰ ਜੋ ਸਾਥੋਂ ਖੋਇਆ ਹੋਇਆ ਹੈ ਉਹ ਇਹ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਖੁੱਲ੍ਹੇਆਮ ਨਹੀਂ ਕਰ ਸਕਦੇ, ਜਿਸ ਦੀ ਉਦਾਹਰਨ ਸਾਡਾ ਆਗੂ ਸਿਮਰਨਜੀਤ ਸਿੰਘ ਮਾਨ ਹੈ, ਜਿਸ ਨੂੰ ਇਸ ਕਰਕੇ ਟਾਡਾ ਅਧੀਨ ਨਜ਼ਰਬੰਦ ਕੀਤਾ ਗਿਆ ਹੈ ਕਿ ਉਸਨੇ ਆਜ਼ਾਦੀ ਮੰਗ ਰਹੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਵਿਚਾਰ ਪ੍ਰਗਟਾਉਣ ਦੀ ਮਨਾਹੀ ਦੇ ਨਾਲੋਂ ਨਾਲ ਕੁਝ ਹੋਰ ਅਧਿਕਾਰਾਂ ਤੋਂ ਵੀ ਸਾਨੂੰ ਵਾਂਝਿਆ ਕੀਤਾ ਗਿਆ। ਭਾਰਤ ਦੀ ਪਾਰਲੀਮੈਂਟ ਨੇ ਸਾਡੇ ਸੰਗਤ ਰੂਪ ਭਾਵ ਧਾਰਮਿਕ ਇਕੱਠ ਵਿੱਚ ਜੁੜਨ ਤੋਂ ਰੋਕਣ ਲਈ ਇੱਕ ਨਵਾਂ ਲੋਕ ਪ੍ਰਤੀਨਿਧਤਾ ਕਾਨੂੰਨ ਬਣਾਇਆ ਹੈ। ਇਹ ਵਿਤਕਰਾ ਧਰਮ ਦੇ ਆਧਾਰ ਉੱਤੇ ਹੈ ਤੇ ਸਾਡੇ ਨਾਲ ਇਹ ਸਲੂਕ ਸਿੱਖ ਹੋਣ ਕਰਕੇ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸਾਨੂੰ ਰਾਜਨੀਤਿਕ ਪਾਰਟੀ ਬਣਾਉਣ ਤੋਂ ਵਰਜਿਆ ਗਿਆ ਤਾਂ ਕਿ ਅਸੀਂ ਕੋਈ ਦਾਦ ਫਰਿਆਦ ਨਾ ਕਰ ਸਕੀਏ। ਸਾਡੇ ਨਾਲ ਧਾਰਮਿਕ ਵਿਤਕਰਾ ਹੋ ਰਿਹਾ ਹੈ। ਚੋਣਾਂ ਵਿੱਚ ਉਹ ਸਾਡੇ ਅਤੇ ਅਕਾਲੀ ਪਾਰਟੀ ਜਾਂ ਕਿਸੇ ਵੀ ਧਰਮ ਆਧਾਰਿਤ ਪਾਰਟੀ ਉੱਤੇ ਪਾਬੰਦੀ ਲਾ ਸਕਦੇ ਨੇ। ਇਹ ਸਾਡੇ ਇਕੱਠਿਆਂ ਮਿਲ ਬੈਠ ਸਕਣ ਦੇ ਮਨੁੱਖੀ ਅਧਿਕਾਰ ਉੱਤੇ ਡਾਕਾ ਹੈ। ਮੈਂ ਤੁਹਾਨੂੰ ਇਸ ਦੇ ਵਿਚਲਾ ਕਾਰਨ ਦੱਸਣਾ ਚਾਹਾਂਗਾ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਭਾਰਤ ਵਿੱਚ ਕਈ ਕੌਮੀਅਤਾਂ ਨੇ ਜੋ ਆਪਣੇ ਲਈ ਆਤਮ ਨਿਰਣੇ ਦਾ ਅਧਿਕਾਰ ਚਾਹੁੰਦੀਆਂ ਨੇ। ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਹੇਠ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਹ ਇਹੋ ਜਿਹੇ ਕਾਨੂੰਨ ਲੋਕਾਂ ਉੱਤੇ ਮੜ੍ਹਦੇ ਨੇ। ਜਿਵੇਂ ਤੁਸੀਂ ਜਾਣਦੇ ਹੀ ਹੋ, ਸੰਨ 1947 ਤੋਂ ਬਾਅਦ ਈਸਾਈ ਬਹੁ ਗਿਣਤੀ ਵਾਲੇ 2 ਉੱਤਰ ਪੂਰਬੀ ਰਾਜਾਂ ਨਾਗਾਲੈਂਡ ਅਤੇ ਮਿਜ਼ੋਰਮ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਨਾਂ ਉੱਤੇ ਭਾਰਤੀ ਫੌਜ ਨੇ ਕੁਚਲ ਕੇ ਰੱਖ ਦਿੱਤਾ ਹੈ। ਹੁਣ ਉਹਨਾਂ ਨੇ ਕਸ਼ਮੀਰ ਅਤੇ ਪੰਜਾਬ ਨੂੰ ਮਸਲ ਦੇਣ ਦੀ ਧਾਰ ਲਈ ਹੈ। ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਉੱਪਰ ਦਬਾਅ ਪਾਵੇ ਤਾਂ ਜੋ ਸੰਵਿਧਾਨ ਵਿੱਚ ਆਤਮ ਨਿਰਣੇ ਦਾ ਅਧਿਕਾਰ ਸ਼ਾਮਲ ਕੀਤਾ ਜਾਵੇ ਅਤੇ ਆਤਮ ਨਿਰਣੇ ਦਾ ਹੱਕ ਮੰਗ ਰਹੇ ਲੋਕਾਂ ਨੂੰ ਵੱਖਵਾਦੀ ਕਹਿ ਕੇ ਟਾਡਾ ਵਰਗੇ ਕਾਨੂੰਨਾਂ ਤਹਿਤ ਨਜ਼ਰਬੰਦ ਨਾ ਕੀਤਾ ਜਾਵੇ। ਤੁਸੀਂ ਭਾਰਤ ਸਰਕਾਰ ਨੂੰ ਕਹਿ ਸਕਦੇ ਹੋ ਕਿ ਉਹ ਭਾਰਤੀ ਸੰਵਿਧਾਨ ਵਿੱਚ ਆਤਮ ਨਿਰਣੇ ਦਾ ਹੱਕ ਸ਼ਾਮਲ ਕਰੇ। ਆਪਣਾ ਮੁਲਕ ਛੱਡਣ ਦਾ ਜਿਹੜਾ ਮਨੁੱਖੀ ਅਧਿਕਾਰ ਹੈ ਉਹ ਵੀ ਸਾਨੂੰ ਨਹੀਂ ਦਿੱਤਾ ਗਿਆ। ਜਿਹੜੇ ਸਿੱਖ ਵਿਦੇਸ਼ਾਂ ਤੋਂ ਭਾਰਤ ਆ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਜਾਂ ਅਸੀਂ ਭਾਰਤ ਵਿੱਚੋਂ ਜਾ ਕੇ ਪਾਕਿਸਤਾਨ ਸਥਿਤ ਆਪਣੇ ਪਹਿਲੇ ਗੁਰੂ ਸਾਹਿਬ ਦੇ ਜਨਮ ਸਥਾਨ ਦੇ ਦਰਸ਼ਨ ਕਰਨ ਜਾਣਾ ਚਾਹੁੰਦੇ ਆ, ਪਰ ਸਾਡੇ ਕੋਲ ਭਾਰਤ ਤੋਂ ਪਾਕਿਸਤਾਨ ਵਿੱਚ ਦਾਖਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ। ਸੋ ਇਹਨਾਂ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਸਾਡੀ ਮੰਗ ਹੈ ਅਤੇ ਅਸੀਂ ਚਾਹੁੰਦੇ ਹਾਂ ਤੁਸੀਂ ਭਾਰਤ ਸਰਕਾਰ ਉੱਪਰ ਅਜਿਹਾ ਦਬਾਅ ਬਣਾਓ। ਅਖੀਰੀ ਮੁੱਦਾ ਇਹ ਹੈ, ਕਿਉਂਕਿ ਮੈਂ ਪੰਜਾਬ ਵਿੱਚ ਮਨੁੱਖੀ ਅਧਿਕਾਰ ਸੰਗਠਨ ਵਿੱਚ ਕੰਮ ਕਰਦਾ, ਪਿਛਲੇ ਕੁਝ ਸਾਲਾਂ ਵਿੱਚ ਪੁਲਿਸ ਅਤੇ ਸੁਰੱਖਿਆ ਦਲਾਂ ਨੇ ਹਜ਼ਾਰਾਂ ਨੌਜਵਾਨਾਂ ਨੂੰ ਚੁੱਕਿਆ ਅਤੇ ਲਾਪਤਾ ਕਰ ਦਿੱਤਾ ਹੈ। ਜਦੋਂ ਅਸੀਂ ਪੁਲਿਸ ਕੋਲ ਪਹੁੰਚ ਕੀਤੀ ਤਾਂ ਉਹਨਾਂ ਇਹ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਤੁਸੀਂ ਲਾਪਤਾ ਕੀਤੇ ਗਏ ਕਹਿੰਦੇ ਹੋ ਉਹ ਤਾਂ ਪੱਛਮੀ ਮੁਲਕਾਂ ਨੂੰ ਚਲੇ ਗਏ ਨੇ, ਪਰ ਸਾਨੂੰ ਪਤਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਹੈ
ਪੜਤਾਲ ਕਰਨ ਉੱਤੇ ਪਤਾ ਲੱਗਿਆ ਕਿ ਵੱਖ-ਵੱਖ ਸ਼ਹਿਰਾਂ ਦੀਆਂ ਮਿਊਨਿਸਪਲ ਕਮੇਟੀਆਂ ਦੇ ਸ਼ਮਸ਼ਾਨ ਘਾਟਾਂ ਵਿੱਚ ਕੋਈ 25,000 ਲਾਸ਼ਾਂ ਨੂੰ ਅਣਪਛਾਤੀਆਂ ਅਤੇ ਲਵਾਰਸ ਕਹਿ ਕੇ ਸਾੜ ਦਿੱਤਾ ਗਿਆ। ਇਹ ਉਹਨਾਂ ਲੋਕਾਂ ਦੀਆਂ ਲਾਸ਼ਾਂ ਸਨ ਜਿਨ੍ਹਾਂ ਨੂੰ ਸੁਰੱਖਿਆ ਦਲਾਂ ਵੱਲੋਂ ਖੁਰਦ-ਬੁਰਦ ਕੀਤੇ ਦੱਸਿਆ ਜਾਂਦਾ ਹੈ। ਅਸੀਂ ਇਸ ਮਾਮਲੇ ਵਿੱਚ ਆਪਣੀ ਜਾਂਚ ਸੰਬੰਧੀ ਜਾਣਕਾਰੀ ਪ੍ਰੈਸ, ਅਖਬਾਰਾਂ ਤੇ ਅਦਾਲਤ ਨੂੰ ਦੇ ਦਿੱਤੀ ਹੈ ਕਿ ਇਹਨਾਂ ਲਾਸ਼ਾਂ ਜਿਨ੍ਹਾਂ ਲੋਕਾਂ ਨੂੰ ਪੁਲਿਸ ਨੇ ਪਹਿਲਾਂ ਚੁੱਕਿਆ ਅਤੇ ਫਿਰ ਘੋਰ ਤਸ਼ੱਦਦ ਢਾਹ ਕੇ ਮਾਰ ਦੇਣ ਬਾਅਦ ਸਾੜ ਦਿੱਤਾ ਨੂੰ ਅਣਪਛਾਤੀਆਂ ਕਹਿ ਕੇ ਸਾੜਨਾ ਮ੍ਰਿਤਕਾਂ ਅਤੇ ਉਹਨਾਂ ਦੇ ਵਾਰਸਾਂ ਨਾਲ ਭਾਰੀ ਬੇਇਨਸਾਫੀ ਹੈ। ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਅਸੀਂ ਹਾਈ ਕੋਰਟ ਵਿੱਚ ਗਏ। ਉਹਨਾਂ ਇਹ ਕਹਿ ਕੇ ਸਾਡੀ ਗੱਲ ਸੁਣਨੋਂ ਨਾ ਕਰ ਦਿੱਤੀ ਕਿ ਇਹ ਪਬਲਿਕ ਲਿਟੀਗੇਸ਼ਨ ਭਾਵ ਲੋਕ ਹਿੱਤਾਂ ਨਾਲ ਜੁੜਿਆ ਮਾਮਲਾ ਨਹੀਂ। ਅਸੀਂ ਸੁਪਰੀਮ ਕੋਰਟ ਵਿੱਚ ਗਏ। ਉਹਨਾਂ ਇਹ ਕਹਿ ਛੱਡਿਆ ਕਿ ਇਹ ਭਾਰਤੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮਾਮਲਾ ਹੈ। ਫਿਰ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਾਨ ਮਿਸ਼ਰਾ ਕੋਲ ਗਏ। ਉਸਨੇ ਕਿਹਾ ਕਿ ਉਹ ਬੇਵੱਸ ਹੈ ਕਿਉਂਕਿ ਇਹ ਪੰਜਾਬ ਦੇ ਮਨੁੱਖੀ ਅਧਿਕਾਰ ਸੰਗਠਨ ਦਾ ਕੇਸ ਹੈ ਤੇ ਉਹ ਇਸ ਵਿੱਚ ਦਖਲ ਨਹੀਂ ਦੇ ਸਕਦਾ। ਅਸਲ ਹਾਲਾਤ ਇਹ ਨੇ, ਭਾਰਤੀ ਸਰਕਾਰ ਦਾਅਵਾ ਕਰਦੀ ਹੈ ਕਿ ਉੱਥੇ ਮਨੁੱਖੀ ਅਧਿਕਾਰ ਕਮਿਸ਼ਨ ਨੇ, ਪਰ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ ਕੋਈ ਕਮਿਸ਼ਨ, ਕੋਈ ਅਦਾਲਤ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਆੜ ਵਿੱਚ ਉਹਨਾਂ ਦੀ ਬਾਂਹ ਫੜਨ ਤੋਂ ਟਲ ਜਾਂਦੀ ਹੈ। ਇਸ ਤਰ੍ਹਾਂ ਅਸੀਂ ਹਰੇਕ ਮੁੱਢਲੇ ਮਨੁੱਖੀ ਅਧਿਕਾਰ ਤੋਂ ਵਾਂਝੇ ਹਾਂ। ਇਸ ਮਾਮਲੇ ਵਿੱਚ ਅਸੀਂ ਭਾਰਤ ਸਰਕਾਰ ਤੇ ਅਦਾਲਤ ਕੋਲੋਂ ਇਹ ਚਾਹੁੰਦੇ ਹਾਂ ਕਿ ਉਹ ਸਾਨੂੰ ਅਣਪਛਾਤੀਆਂ ਕਹੀਆਂ ਜਾਂਦੀਆਂ ਲਾਸ਼ਾਂ ਦੀਆਂ ਫੋਟੋਆਂ ਹੀ ਵਿਖਾ ਦੇਵੇ ਤਾਂ ਜੋ ਉਹਨਾਂ ਦੇ ਵਾਰਸ ਇਹ ਪੱਕਾ ਕਰ ਲੈਣ ਕਿ ਉਹਨਾਂ ਦੇ ਲਾਡਲੇ ਪੂਰੇ ਹੋ ਗਏ ਨੇ। ਜੇ ਅਸੀਂ ਮੌਤ ਦੇ ਸਰਟੀਫਿਕੇਟ ਮੰਗਦੇ ਹਾਂ ਤਾਂ ਉਹ ਵੀ ਮਨਾ ਕਰ ਦਿੱਤਾ ਜਾਂਦਾ ਹੈ। ਸੋ ਸਾਨੂੰ ਤੁਹਾਡੀ ਸਹਾਇਤਾ ਚਾਹੀਦੀ ਹੈ। ਭਾਰਤ ਦੀ ਸਰਕਾਰ ਆਪਣੇ ਆਪ ਨੂੰ ਧਰਮ ਨਿਰਪੱਖ ਅਤੇ ਅਮਨ ਕਾਨੂੰਨ ਨੂੰ ਪਿਆਰ ਕਰਨ ਵਾਲੀ ਕਹਿੰਦੀ ਹੈ, ਪਰ ਜਦੋਂ ਅਸੀਂ ਆਪਣੇ ਮਨੁੱਖੀ ਅਧਿਕਾਰ ਮੰਗਦੇ ਹਾਂ ਸਾਨੂੰ ਫਿਰਕਾ ਪ੍ਰਸਤ, ਹਿੰਸਕ ਅਤੇ ਅੱਤਵਾਦੀ ਕਹਿੰਦੀ ਹੈ। ਉਹ ਦੇਸ਼ ਜਿਹੜਾ ਆਪਣੇ ਹਰੇਕ ਗੁਆਂਢੀ ਮੁਲਕ ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਨਾਲ ਲੜ ਚੁੱਕਾ ਹੈ, ਆਪਣੇ ਆਪ ਨੂੰ ਅਹਿੰਸਕ ਤੇ ਅਮਨ ਪਸੰਦ ਕਹਾਉਂਦਾ ਹੈ। ਉਲਟਾ ਤਰਾਸਦੀ ਇਹ ਹੈ ਕਿ ਦੇਸ਼ ਲਈ ਅਥਾਹ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਅੱਤਵਾਦੀ ਗਰਦਾਨ ਦਿੱਤਾ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਕੈਨੇਡਾ ਦੇ ਲੋਕ, ਕੈਨੇਡਾ ਦੀ ਪਾਰਲੀਮੈਂਟ ਅਤੇ ਕੈਨੇਡਾ ਦੀ ਸਰਕਾਰ ਇਹਨਾਂ ਮਸਲਿਆਂ ਵੱਲ ਗੌਰ ਕਰੇਗੀ। ਸਾਡੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਕਰਵਾਉਣ ਤੋਂ ਇਲਾਵਾ ਸਾਡੇ ਸਵੈਮਾਣ ਨਾਲ ਜਿਉਣ ਦੇ ਅਧਿਕਾਰ ਦੀ ਪ੍ਰਾਪਤੀ ਵਿੱਚ ਮਦਦਗਾਰ ਹੋਵੇਗੀ। ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਤੁਹਾਡੇ ਕੋਲੋਂ ਮਦਦ ਦੀ ਉਮੀਦ ਕਰਦਾ। ਤੁਹਾਡੇ ਨਾਲ ਮੈਂ ਇੱਕ ਨਿੱਜੀ ਗੱਲ ਵੀ ਕਰਨੀ ਚਾਹੁੰਦਾ ਕਿ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਵਿੱਚ ਆਏ ਸਾਡੇ ਪਰਿਵਾਰ ਨੂੰ ਕੈਨੇਡਾ ਵਿੱਚੋਂ ਵਾਪਸ ਮੋੜ ਦਿੱਤਾ ਗਿਆ ਸੀ, ਪਰ ਮੈਨੂੰ ਖੁਸ਼ੀ ਹੈ ਕਿ ਜਦੋਂ ਮੇਰੀ ਪਿਛਲੀ ਕੈਨੇਡਾ ਫੇਰੀ ਉੱਤੇ ਮੈਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਕੈਨੇਡਾ ਦੇ ਲੋਕ ਉਹਨਾਂ ਦੇ ਨਾਲ ਨੇ, ਸਿੱਖ ਭਾਈਚਾਰਾ, ਅਤੇ ਮੈਂ ਮੰਨਦਾ ਕਿ ਉਸ ਭਰੋਸੇ ਤੋਂ ਜੋ ਪ੍ਰਭਾਵ ਲਿਆ ਉਹ ਸਹੀ ਹੀ ਸੀ। ਹੁਣ ਮੈਂ ਇੱਥੇ ਆ ਕੇ ਤੁਹਾਡੇ ਲੋਕਾਂ ਨੂੰ ਮਿਲ ਕੇ ਬਹੁਤ ਪ੍ਰਸੰਨ ਹੋਇਆ ਅਤੇ ਉਮੀਦ ਕਰਦਾ ਕਿ ਤੁਸੀਂ ਸਾਡੀ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਵਿੱਚ ਸਹਾਇਤਾ ਕਰੋਗੇ। ਬਹੁਤ-ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਸਮਾਪਤ ਹੋਣ ਉਪਰੰਤ ਰਾਤ ਦੇ ਖਾਣੇ ਦੌਰਾਨ ਨਾਮਵਰ ਹਸਤੀਆਂ ਨੇ ਭਾਈ ਜਸਵੰਤ ਸਿੰਘ ਨਾਲ ਗੈਰ ਰਸਮੀ ਗੱਲਾਂ ਬਾਤਾਂ ਕਰਦਿਆਂ ਉਸ ਨੂੰ ਇੱਕ ਵਾਰ ਫਿਰ ਪੰਜਾਬ ਜਾਣ ਤੋਂ ਵਰਜਣ ਦਾ ਯਤਨ ਕੀਤਾ ਸੀ, ਪਰ ਭਾਈ ਖਾਲੜਾ ਆਪਣੇ ਫੈਸਲੇ ਤੇ ਅਡੋਲ ਡਟਿਆ ਰਿਹਾ। ਉਸ ਦੀ ਜਾਨ ਨੂੰ ਦਰਪੇਸ਼ ਗੰਭੀਰ ਖਤਰੇ ਦਾ ਸਾਰਿਆਂ ਨੂੰ ਬਹੁਤ ਫਿਕਰ ਸੀ। ਖਾਣੇ ਤੋਂ ਬਾਅਦ ਜਦੋਂ ਵਿਦਾਇਗੀ ਦਾ ਵੇਲਾ ਹੋਇਆ ਤਾਂ ਹਰ ਕਿਸੇ ਨੇ ਭਾਈ ਖਾਲੜਾ ਨਾਲ ਘੁੱਟ ਕੇ ਹੱਥ ਮਿਲਾਏ। ਉਸ ਦੇ ਕੁਝ ਹਿਤੈਸ਼ੀ ਤਾਂ ਉਸ ਨੂੰ ਗਲਵੱਕੜੀ ਪਾ ਕੇ ਮਿਲੇ। ਉਹਨਾਂ ਚੋਂ ਕੁਝ ਦੀਆਂ ਅੱਖਾਂ ਤਾਂ ਇਹ ਸੋਚ ਕੇ ਨਮ ਹੋ ਗਈਆਂ ਸਨ ਕਿ ਸ਼ਾਇਦ ਇਸ ਤੋਂ ਬਾਅਦ ਉਹ ਇਸ ਮਹਾਨ ਯੋਧੇ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਮਿਲ ਸਕਣਗੇ। ਸਾਰਾ ਕਾਰਜ ਨਿਪਟ ਜਾਣ ਤੇ ਭਾਈ ਜਸਵੰਤ ਸਿੰਘ ਖਾਲੜਾ ਆਰਾਮ ਕਰਨ ਲਈ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਿਸ਼ਕਾਮ ਤੇ ਊਰਜਾਸ਼ਾਲੀ ਵਰਕਰ ਸਰਦਾਰ ਅਜੀਤ ਸਿੰਘ ਸਹੋਤਾ ਨਾਲ ਉਸ ਦੇ ਘਰ
ਸਕਾਟ ਐਂਬਰਵਰਡ ਡਰਾਈਵ ਚਲਾ ਗਿਆ ਸੀ ਅਤੇ ਅਗਲੇ 2 ਦਿਨ ਉਸਨੇ ਉੱਥੇ ਹੀ ਬਿਤਾਏ ਸਨ। ਸਰਦਾਰ ਅਜੀਤ ਸਿੰਘ ਸਹੋਤਾ ਨੇ ਭਾਈ ਜਸਵੰਤ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹੋਏ ਦੱਸਿਆ, ਸ਼ਹੀਦ ਜਸਵੰਤ ਸਿੰਘ ਖਾਲੜਾ ਬੇਹੱਦ ਭਲਾ ਮਾਨਸ ਤੇ ਇਮਾਨਦਾਰ ਇਨਸਾਨ ਸੀ, ਜਿਹੜਾ ਪੰਜਾਬ ਤੇ ਇੰਡੀਆ ਦੇ ਜਰਵਾਣਿਆਂ ਤੇ ਟਾਊਟਾਂ ਵੱਲੋਂ ਕੋਹੇ ਮਾਰੇ ਤੇ ਲਾਪਤਾ ਕੀਤੇ ਗਏ ਲੋਕਾਂ ਦੀ ਆਵਾਜ਼ ਬਣਿਆ। ਮੈਂ ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਦਫ਼ਤਰ ਸਕੱਤਰ ਐਨੀ ਲੌਥੀਅਨ ਸਰਦਾਰ ਜਸਵੰਤ ਸਿੰਘ ਜੀ ਨੂੰ ਪਹਿਲੀ ਵਾਰ 30 ਮਾਰਚ 1995 ਨੂੰ ਮਿਲੇ ਸਾਂ, ਜਦੋਂ ਉਸਨੇ ਤੇ ਜਸਟਿਸ ਅਜੀਤ ਸਿੰਘ ਬੈਂਸ ਨੇ ਕੈਨੇਡੀਅਨ ਪਾਰਲੀਮੈਂਟ ਦੇ ਪੱਛਮੀ ਬਲਾਕ ਵਿੱਚ ਹਾਲ ਨੰਬਰ 209 ਅੰਦਰ ਕੈਨੇਡਾ ਸਰਕਾਰ ਦੀ ਵਿਦੇਸ਼ੀ ਮਾਮਲਿਆਂ ਬਾਰੇ ਸਬ ਕਮੇਟੀ ਅੱਗੇ ਅਤਿਆਚਾਰਾਂ ਦੇ ਵੇਰਵੇ ਪੇਸ਼ ਕੀਤੇ ਸਨ। ਉਸੇ ਸ਼ਾਮ ਨੂੰ ਖਾਲੜਾ ਹੋਰੀਂ ਬਰੈਂਪਟਨ ਵਾਪਸ ਚਲੇ ਗਏ ਸਨ। ਉਸੇ ਹਫ਼ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰਾਂ ਨੇ ਭਾਈ ਖਾਲੜਾ ਨੂੰ ਜੂਨ ਦੇ ਪਹਿਲੇ ਹਫ਼ਤੇ ਇਸ ਦੇ ਯਾਦਗਾਰੀ ਸਮਾਗਮ ਵਿੱਚ ਮਹਿਮਾਨ ਬੁਲਾਰੇ ਵਜੋਂ ਸ਼ਾਮਲ ਹੋਣ ਲਈ ਮੁੜ ਕੈਨੇਡਾ ਆਉਣ ਦੀ ਬੇਨਤੀ ਕੀਤੀ ਸੀ। 5 ਜੂਨ ਨੂੰ ਸਮਾਗਮ ਤੋਂ ਬਾਅਦ ਉਹ ਸਾਡੇ ਘਰ ਠਹਿਰਨ ਲਈ ਸਾਡੇ ਨਾਲ ਹੀ ਚਲਾ ਆਇਆ ਸੀ। ਉਸਨੇ ਸਾਡੇ ਨਾਲ 2 ਰਾਤਾਂ ਗੁਜ਼ਾਰੀਆਂ ਅਤੇ ਪੰਜਾਬ ਅੰਦਰ ਸਿੱਖਾਂ ਦੀ ਭਿਆਨਕ ਹਾਲਤ ਬਾਰੇ ਵਿਚਾਰਾਂ ਕੀਤੀਆਂ। ਮੈਂ ਸਾਰੀ ਜ਼ਿੰਦਗੀ ਸਰਦਾਰ ਜਸਵੰਤ ਸਿੰਘ ਜੀ ਵਰਗਾ ਬੰਦਾ ਹੋਰ ਕੋਈ ਨਹੀਂ ਦੇਖਿਆ, ਜਿਹੜਾ ਪੁੱਜ ਕੇ ਨਿਰਮਾਣ ਤੇ ਦਿਆਨਤਦਾਰ ਸੀ। ਜਦੋਂ ਅਸੀਂ ਪੰਜਾਬ ਅੰਦਰਲੇ ਹਾਲਾਤ ਬਾਰੇ ਗੱਲਾਂ ਕਰ ਰਹੇ ਸੀ ਤਾਂ ਮੇਰੀ ਪਤਨੀ ਸੁਰਿੰਦਰ ਕੌਰ ਨੇ ਭਾਈ ਖਾਲੜਾ ਨੂੰ ਇੱਕ ਸਵਾਲ ਪੁੱਛਿਆ ਕਿ ਭਾਜੀ, ਤੁਹਾਨੂੰ ਵਾਪਸ ਪੰਜਾਬ ਜਾਣ ਤੋਂ ਡਰ ਨਹੀਂ ਲੱਗਦਾ, ਜਿੱਥੇ ਕਿੰਨੇ ਸਿੱਖ ਆਪਣੀਆਂ ਜਾਨਾਂ ਗਵਾ ਚੁੱਕੇ ਨੇ? ਜਸਵੰਤ ਸਿੰਘ ਦਾ ਜਵਾਬ ਸੀ, ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦਾ ਫਰਜ਼ ਬਣਦਾ ਹੈ। ਇਸ ਦੁਨੀਆ ਵਿੱਚ ਸਦੀਵੀ ਤੌਰ ਤੇ ਕਿਸੇ ਨਹੀਂ ਬੈਠੇ ਰਹਿਣਾ ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਆਪਣਾ ਫਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਵੀ ਡਰੂ ਨਹੀਂ ਹੋਣਾ ਚਾਹੀਦਾ। ਅਸੀਂ ਖਾਲੜਾ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਜੇਕਰ ਸਰਦਾਰ ਜਸਵੰਤ ਸਿੰਘ ਜੀ ਦੀ ਸਾਦਗੀ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਘੱਟ ਕੱਪੜਿਆਂ ਨਾਲ ਸਫ਼ਰ ਕਰਦਾ ਸੀ ਅਤੇ ਜੂਨ ਦੇ ਮਹੀਨੇ ਆਟਵਾ ਵਿੱਚ ਮੌਸਮ ਪੂਰਾ ਗਰਮ ਸੀ। ਤਪੇ ਹੋਏ ਦਿਨ ਵਿੱਚ ਮੁੜਕਾ ਆਉਣਾ ਕੁਦਰਤੀ ਸੀ ਅਤੇ ਨਹਾ ਕੇ ਕਮੀਜ਼ ਬਦਲਣਾ ਜ਼ਰੂਰੀ ਲੱਗਦਾ ਸੀ। ਖਾਲੜਾ ਸਾਹਿਬ ਕੋਲ ਇੱਕੋ ਪਹਿਨੀ ਹੋਈ ਕਮੀਜ਼ ਹੀ ਸੀ। ਸੁਰਿੰਦਰ ਕੌਰ ਨੇ ਉਸ ਨੂੰ ਧੋਣ ਵਾਲੇ ਕੱਪੜੇ ਲਾ ਕੇ ਨਵੀਂ ਕਮੀਜ਼ ਪਹਿਨਣ ਲਈ ਦੇ ਦਿੱਤੀ ਸੀ। ਸਰਦਾਰ ਜਸਵੰਤ ਸਿੰਘ ਜੀ ਨਵੀਂ ਕਮੀਜ਼ ਲੈਣ ਤੋਂ ਹਿਚਕਚਾਉਂਦੇ ਸਨ ਅਤੇ ਉਹਨਾਂ ਕਿਹਾ ਕਿ ਧੋਣ ਤੋਂ ਬਾਅਦ ਉਹ ਆਪਣੀ ਪੁਰਾਣੀ ਕਮੀਜ਼ ਹੀ ਪਹਿਨ ਲਵੇਗਾ। ਉਸਨੇ ਮਨੁੱਖੀ ਅਧਿਕਾਰਾਂ ਦੇ ਕੰਮਕਾਜ ਵਾਸਤੇ ਸਾਥੋਂ ਕੋਈ ਪੈਸਾ ਕਬੂਲ ਨਾ ਕੀਤਾ। ਉਸਨੇ ਕਿਸੇ ਕੋਲੋਂ ਵੀ ਧੇਲਾ ਨਹੀਂ ਲਿਆ ਸੀ। ਉਸ ਦਾ ਕਹਿਣਾ ਸੀ ਕਿ ਇਨਸਾਫ ਦੀ ਮੁਹਿੰਮ ਜਾਰੀ ਰੱਖਣ ਵਾਸਤੇ ਪੰਜਾਬ ਅੰਦਰ ਉਸ ਕੋਲ ਲੋੜੀਂਦੇ ਵਸੀਲੇ ਨੇ। ਜਸਵੰਤ ਸਿੰਘ ਪੰਜਾਬੀ ਸਾਹਿਤ ਦਾ ਜੋਸ਼ੀਲਾ ਪਾਠਕ ਸੀ। ਮੈਂ ਉਸ ਨੂੰ ਦੱਸਿਆ ਕਿ ਅਸੀਂ ਆਉਣ ਵਾਲੀਆਂ ਪੁਸ਼ਤਾਂ ਲਈ ਸਿੱਖ ਇਤਿਹਾਸ ਸੰਭਾਲਣ ਵਾਸਤੇ ਸਾਹਿਤ ਇਕੱਠਾ ਕਰ ਰਹੇ ਹਾਂ। ਖਾਲੜਾ ਸਾਹਿਬ ਪੰਜਾਬੀ ਕਵਿਤਾ ਦਾ ਬਹੁਤ ਆਸ਼ਿਕ ਸੀ ਅਤੇ ਉਸਨੇ ਸਾਨੂੰ ਇੱਕ ਅਗਿਆਤ ਕਵੀ ਦੀ ਕਵਿਤਾ ਸੁਣਾਈ ਸੀ, ਜਿਹੜੀ ਮੈਂ ਲਿਖ ਕੇ ਰੱਖ ਲਈ ਸੀ। ਉਹ ਕਵਿਤਾ ਇਹ ਸੀ, ਸੁਫਨੇ। ਨਾ ਮੈਂ ਵੇਚਾਂ ਕੁੜੀਆਂ ਦੇ ਸੁਫਨੇ, ਜਿਨ੍ਹਾਂ ਦੇ ਗੱਜ-ਗੱਜ ਲੰਮੇ ਵਾਲ। ਨਾ ਮੈਂ ਵੇਚਾਂ ਸਵਰਗਾਂ ਦੇ ਸੁਫਨੇ, ਜਿਨ੍ਹਾਂ ਦੀ ਦੁਨੀਆ ਨੂੰ ਭਾਲ। ਨਾ ਮੈਂ ਵੇਚਾਂ ਸੋਨੇ ਦੇ ਸੁਫਨੇ, ਨਾ ਮੋਤੀਆਂ ਦੇ ਥਾਲ। ਵੇਚਾਂ ਮੈਂ ਸੋਹਣਿਓ ਆਜ਼ਾਦੀ ਦੇ ਸੁਫਨੇ, ਹੋਵੇ ਜੇ ਲੈਣ ਦਾ ਖਿਆਲ। ਹੋਰ ਤਾਂ ਸੁਫਨੇ ਸੁੱਤਿਆਂ ਆਉਂਦੇ,
ਆਉਂਦੇ ਇਹ ਜਾਗਣ ਨਾਲ, ਪਹਿਲੋਂ ਤਾਂ ਆਉਂਦੇ ਸੰਗਦੇ ਸੰਗਦੇ, ਪਿੱਛੋਂ ਮਚਾਉਂਦੇ ਭੁਚਾਲ। ਇੱਕ ਵੇਰੀ ਆਉਂਦੇ ਫਿਰ ਮੁੜ ਕੇ ਨਾ ਜਾਂਦੇ, ਐਸੀ ਇਹਨਾਂ ਦੀ ਚਾਲ। ਤੁਰਨਾ ਹੀ ਤੁਰਨਾ, ਤੁਰਨਾ ਹੀ ਤੁਰਨਾ, ਰਾਤ ਸਵੇਰ ਤਿਰਕਾਲ। ਅੱਕਣਾ ਨਾ ਥੱਕਣਾ, ਆਕਾਸ਼ਾਂ ਵੱਲ ਤੱਕਣਾ, ਅੱਖ ਨਾ ਲਾਉਣੀ ਰਵਾਲ। ਵੇਚਾਂ ਮੈਂ ਸੋਹਣਿਓ ਆਜ਼ਾਦੀ ਦੇ ਸੁਫਨੇ, ਹੋਵੇ ਜੇ ਲੈਣ ਦਾ ਖਿਆਲ। ਵੇਚਾਂ ਮੈਂ ਸੋਹਣਿਓ ਆਜ਼ਾਦੀ ਦੇ ਸੁਪਨੇ, ਹੋਵੇ ਜੇ ਲੈਣ ਦਾ ਖਿਆਲ। 7 ਜੂਨ ਨੂੰ ਭਾਈ ਖਾਲੜਾ ਤੇ ਸਰਦਾਰ ਅਜੀਤ ਸਿੰਘ ਸਹੋਤਾ ਇਕੱਠੇ ਸੜਕ ਦੇ ਰਸਤੇ ਟਰਾਂਟੋ ਪਹੁੰਚੇ ਅਤੇ ਉੱਥੋਂ ਜਸਵੰਤ ਸਿੰਘ ਸਿੱਧਾ ਇੰਗਲੈਂਡ ਚਲਾ ਗਿਆ ਸੀ। ਇੰਗਲੈਂਡ ਪੜਾਓ। ਇੰਗਲੈਂਡ ਵਿੱਚ ਭਾਈ ਖਾਲੜਾ ਲਗਭਗ 2 ਹਫ਼ਤੇ ਠਹਿਰਿਆ ਸੀ। ਉੱਥੇ ਉਸਨੇ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰਾਂ ਨੂੰ ਨਿੱਜੀ ਰੂਪ ਵਿੱਚ ਮਿਲ ਕੇ ਉਹਨਾਂ ਸਾਹਮਣੇ ਲਵਾਰਿਸ ਲਾਸ਼ਾਂ ਦਾ ਮਸਲਾ ਰੱਖਿਆ ਸੀ ਅਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਜ਼ੁਲਮਾਂ ਦੇ ਸ਼ਿਕਾਰ ਹੋ ਰਹੇ ਸਿੱਖਾਂ ਦੀ ਹਰ ਸੰਭਵ ਤਰੀਕੇ ਨਾਲ ਹਮਾਇਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਉਸਨੇ ਇਸ ਮਸਲੇ ਬਾਰੇ UNO ਦੇ ਲੰਡਨ ਵਿਚਲੇ ਦਫ਼ਤਰ ਵਿੱਚ ਨਿੱਜੀ ਰੂਪ 'ਚ ਜਾ ਕੇ ਉਹਨਾਂ ਨਾਲ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੂੰ ਜਿੰਨਾ ਵੀ ਸਮਾਂ ਮਿਲਿਆ ਉਸ ਵਿੱਚ ਉਹ ਇੰਗਲੈਂਡ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਜਾ ਕੇ ਬੋਲਿਆ ਅਤੇ ਸਿੱਖ ਸੰਗਤਾਂ ਨੂੰ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦੀ ਖੌਫਨਾਕ ਹਾਲਤ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸੇ ਦੌਰਾਨ ਉਸਨੇ BBC ਨਾਲ ਇੰਟਰਵਿਊ ਦੌਰਾਨ ਪੰਜਾਬ ਅੰਦਰ ਹਕੂਮਤੀ ਜ਼ੁਲਮਾਂ ਦੀ ਦਰਦ ਭਰੀ ਦਾਸਤਾਂ ਬਿਆਨ ਕੀਤੀ ਸੀ। ਇਸ ਵਾਰ ਫਿਰ ਉਸਨੂੰ ਉਸਦੇ ਭਰਾਵਾਂ ਤੇ ਹੋਰਨਾਂ ਵਾਕਫਕਾਰਾਂ ਨੇ ਪੰਜਾਬ ਵਿੱਚ ਉਸ ਦੀ ਜਾਨ ਨੂੰ ਦਰਪੇਸ਼ ਗੰਭੀਰ ਖਤਰੇ ਦਾ ਵਾਸਤਾ ਪਾ ਕੇ ਵਾਪਸ ਜਾਣ ਤੋਂ ਰੋਕਣ ਦਾ ਪੂਰਾ ਯਤਨ ਕੀਤਾ, ਪਰ ਉਸਨੇ ਸਾਰਿਆਂ ਨੂੰ ਇਹੋ ਕਿਹਾ ਕਿ ਜਾਨ ਜਾਂਦੀ ਹੈ ਤਾਂ ਚਲੀ ਜਾਵੇ, ਪਰ ਮੈਂ ਹੋਰਨਾਂ ਵਾਂਗੂ ਆਪਣੇ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ। ਉਸ ਦੌਰੇ ਦੌਰਾਨ ਉਸਨੇ ਆਸਟਰੀਆ ਵਿੱਚ ਵਿਆਨਾ ਵਿਖੇ ਰਹਿ ਰਹੇ ਆਪਣੇ ਛੋਟੇ ਭਰਾ ਗੁਰਦੇਵ ਸਿੰਘ ਨੂੰ ਮਿਲਣ ਦੀ ਪ੍ਰਬਲ ਇੱਛਾ ਪ੍ਰਗਟਾਈ ਸੀ। ਉਸਨੂੰ ਸ਼ਾਇਦ ਸੂਖਮ ਪੱਧਰ ਤੇ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਉਸਦੀ ਆਪਣੇ ਇੱਕੋ ਮਾਂ ਦੇ ਪੇਟੋਂ ਜਨਮੇ ਭਰਾਵਾਂ ਨਾਲ ਜੀਵਨ ਦੀ ਆਖਰੀ ਵਾਰ ਦੀ ਮਿਲਣੀ ਸੀ, ਜਿਸ ਕਰਕੇ ਉਹ ਉਚੇਚ ਕਰਕੇ ਵਿਆਨਾ ਪਹੁੰਚਿਆ ਸੀ। ਵਿਆਨਾ ਵਿੱਚ ਉਹ ਰਾਮ ਨਾਰਾਇਣ ਕੁਮਾਰ ਨੂੰ ਮਿਲਿਆ, ਜਿਸ ਨੇ ਉੱਥੇ ਘਰ ਜਵਾਈ ਬਣ ਕੇ ਪੱਕਾ ਵਸੇਬਾ ਕਰ ਲਿਆ ਸੀ। ਜਸਵੰਤ ਸਿੰਘ ਨੇ ਉਸ ਨਾਲ ਮਨੁੱਖੀ ਅਧਿਕਾਰਾਂ ਦੇ ਮਾਮਲੇ ਨੂੰ ਕੌਮਾਂਤਰੀ ਸੰਸਥਾਵਾਂ ਤੱਕ ਪਹੁੰਚਾਉਣ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ਉਸਨੇ UNO ਦੇ ਦਫ਼ਤਰ ਵਿੱਚ ਜਾ ਕੇ ਆਪਣੀ ਜਾਂਚ ਤੇ ਆਧਾਰਿਤ ਕੁਝ ਜ਼ਰੂਰੀ ਦਸਤਾਵੇਜ਼ ਸੌਂਪੇ। ਸਥਾਨਕ ਸੰਗਤ ਦੀ ਇੱਛਾ ਮੁਤਾਬਕ ਉਸਨੇ ਆਪਣੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਵਿੱਚ ਇੱਕ ਪ੍ਰੇਰਨਾਮਈ ਤੇ ਸਿੱਖਿਆ ਭਰਪੂਰ ਤਕਰੀਰ ਕੀਤੀ, ਜਿਹੜੀ ਉਸਦੇ ਜੀਵਨ ਦੀ ਭਾਰਤ ਦੀ ਧਰਤੀ ਤੋਂ ਬਾਹਰ ਆਖਰੀ ਤਕਰੀਰ ਹੋ ਨਿਬੜੀ। ਅਜੋਕੀ ਸਿੱਖ ਜੰਗ ਦਾ ਮੂਲ ਆਧਾਰ। ਇਸ ਤਕਰੀਰ ਵਿੱਚ ਭਾਈ ਖਾਲੜਾ ਨੇ ਸਿੱਖ ਕੌਮ ਵੱਲੋਂ ਪਿਛਲੇ 10 ਸਾਲਾਂ ਦੇ ਦੌਰਾਨ ਭਾਰਤੀ ਰਾਜ ਦੇ ਵਿਰੁੱਧ ਲੜੀ ਗਈ ਲਹੂ ਵੀਟਵੀਂ ਹਥਿਆਰਬੰਦ ਜੰਗ, ਜਿਹੜੀ ਬਦਲਵੇਂ ਰੂਪ ਵਿੱਚ ਅਜੇ ਵੀ ਜਾਰੀ ਹੈ, ਦੇ ਮੂਲ ਆਧਾਰ ਦੀ ਵਿਆਖਿਆ ਬੇਹੱਦ ਸਰਲ ਤਰੀਕੇ ਨਾਲ ਕੀਤੀ ਸੀ ਅਤੇ ਇਸ ਨੂੰ ਅਜੋਕੀ ਸਥਿਤੀ ਨਾਲ ਜੋੜ ਕੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰ ਸਿੱਖ ਨੌਜਵਾਨਾਂ ਤੇ ਬੀਬੀਆਂ ਨੂੰ ਆਪਣੇ ਫਰਜ਼ਾਂ ਦੀ ਪਛਾਣ ਕਰਨ ਲਈ ਜ਼ੋਰਦਾਰ ਹਲੂਣਾ ਦਿੱਤਾ ਸੀ। ਉਸਨੇ ਯੂਰਪ ਦੀ ਜਾਂ ਪੱਛਮ ਦੀ ਤਰੱਕੀ ਦੀ ਅਸਲੀਅਤ ਦਰਸਾਉਂਦਿਆਂ ਕਿਹਾ ਸੀ ਕਿ ਜਿੱਥੇ ਤੁਸੀਂ ਇਸ ਵੇਲੇ ਰਹਿ ਰਹੇ ਹੋ ਉਸ ਨੂੰ ਦੁਨੀਆ ਦਾ ਤਰੱਕੀ ਯਾਫਤਾ ਭਾਵ ਐਡਵਾਂਸਡ ਖਿੱਤਾ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਇੰਸ ਨੇ ਤਰੱਕੀ ਵਿੱਚ ਕਾਫੀ ਰੋਲ ਨਿਭਾਇਆ, ਪਰ ਜਦੋਂ ਯੂਰਪ ਵਾਲੇ ਮਨਮੱਤ ਦਾ ਸ਼ਿਕਾਰ ਹੋ ਕੇ ਇਹ ਸਮਝਣ ਲੱਗ ਪਏ ਕਿ ਉਹ ਕੁਦਰਤ ਉੱਤੇ ਫਤਿਹ ਪਾ ਲੈਣ ਚੱਲੇ ਨੇ, ਤਾਂ ਇਸ ਦਾ ਨਤੀਜਾ ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਿਆ। ਕਿਵੇਂ? ਜਿਵੇਂ ਉਹਨਾਂ ਨੇ ਆਰਥਿਕ ਤਰੱਕੀ ਵਾਸਤੇ ਧਰਤੀ ਦੀ ਹਿੱਕ ਉੱਤੋਂ ਜੰਗਲ ਕੱਟੇ, ਹਰਿਆਵਲ ਖਤਮ ਕੀਤੀ
ਮਨਮੱਤੇ ਢੰਗ ਨਾਲ ਧਰਤੀ ਨੂੰ ਆਪਣੇ ਮੁਤਾਬਕ ਢਾਲਣ ਦੇ ਯਤਨ ਕੀਤੇ ਤਾਂ ਇੱਕ ਖਤਰਾ ਪੈਦਾ ਹੋ ਗਿਆ। ਸਾਇੰਸਦਾਨਾਂ ਨੇ ਕਿਹਾ ਕਿ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸ੍ਰਿਸ਼ਟੀ ਖਤਮ ਹੋ ਸਕਦੀ ਹੈ। ਤਾਂ ਜਾ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਅਸੀਂ ਆਰਥਿਕ ਤਰੱਕੀ ਦੀ ਖਾਤਰ ਕੁਦਰਤ ਨਾਲ ਮੱਥਾ ਲਾ ਲਿਆ ਸੀ ਤੇ ਉਸ ਦਾ ਨਤੀਜਾ ਤਬਾਹੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਤਾਂ ਇਸ ਵਿੱਚੋਂ ਇੱਕ ਨਵੀਂ ਸੋਚ ਪੈਦਾ ਹੋਈ ਕਿ ਜੇਕਰ ਅਸੀਂ ਕੁਦਰਤ ਦੇ ਵਿਰੁੱਧ ਗਏ ਤਾਂ ਧਰਤੀ ਦਾ ਤਵਾਜ਼ਨ ਇਸ ਤਰ੍ਹਾਂ ਵਿਗੜ ਜਾਵੇਗਾ ਕਿ ਅਸੀਂ ਤਬਾਹ ਹੋ ਜਾਵਾਂਗੇ। ਭਾਈ ਖਾਲੜਾ ਨੇ ਇਸ ਵਰਤਾਰੇ ਦੀ ਗੁਰਮਤਿ ਦੇ ਨਜ਼ਰੀਏ ਤੋਂ ਵਿਆਖਿਆ ਕਰਦੇ ਹੋਏ ਦੱਸਿਆ ਕਿ ਜਦ ਅਸੀਂ ਆਪਣੀਆਂ ਆਰਥਿਕ ਲਾਲਸਾਵਾਂ ਵਿੱਚੋਂ ਕਾਦਰ ਦੀ ਸਾਜੀ ਕੁਦਰਤ ਦੇ ਸਰੂਪ ਨਾਲ ਛੇੜਛਾੜ ਕਰਦੇ ਹਾਂ, ਇਸ ਦੀ ਸ਼ਕਲ ਸੂਰਤ ਨੂੰ ਵਿਗਾੜਦੇ ਹਾਂ, ਤਾਂ ਦੇਖਣ ਨੂੰ ਤਾਂ ਤਰੱਕੀ ਕਰਦੇ ਜਾਪਦੇ ਹਾਂ, ਪਰ ਕੁਦਰਤ ਵਿਰੁੱਧ ਲੜਾਈ ਲੜਦਿਆਂ ਅਸੀਂ ਬਹੁਤ ਕੁਝ ਕੀਮਤੀ ਗੁਆ ਲਿਆ। ਕੁਦਰਤ ਵਿਰੁੱਧ ਲੜਦਿਆਂ ਹੋਇਆਂ ਪੱਛਮੀ ਸਮਾਜ ਅੰਦਰ ਪਰਿਵਾਰ ਖਤਮ ਹੋ ਗਏ ਨੇ। ਮਾਪਿਆਂ ਨੂੰ ਆਪਣੀ ਔਲਾਦ ਦਾ ਨਹੀਂ ਪਤਾ, ਔਲਾਦ ਨੂੰ ਆਪਣੇ ਮਾਂ-ਬਾਪ ਦਾ ਪਤਾ ਨਹੀਂ ਕਿ ਕੌਣ ਨੇ। ਭਾਈ ਖਾਲੜਾ ਨੇ ਪੱਛਮ ਦੀ ਤਰਜ਼ੇ ਜ਼ਿੰਦਗੀ ਤੋਂ ਪ੍ਰਭਾਵਿਤ ਸਿੱਖਾਂ ਨੂੰ ਜ਼ੋਰਦਾਰ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਵੀ ਪੱਛਮ ਦੀ ਨਕਲ ਕਰਕੇ ਉਸੇ ਖੂਹ ਵਿੱਚ ਡਿੱਗਣਾ ਚਾਹੁੰਦੇ ਹਾਂ। ਉਸਨੇ ਮੂਹਰੇ ਬੈਠੇ ਸਿੱਖ ਨੌਜਵਾਨਾਂ ਨੂੰ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਹੁਣ ਜਦੋਂ ਪੱਛਮ ਦੇ ਕਾਫੀ ਸਾਰੇ ਸਾਇੰਸਦਾਨਾਂ ਤੇ ਵਿਦਵਾਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਚੁੱਕਾ ਹੈ ਤਾਂ ਕਿਤੇ ਇਹ ਨਾ ਹੋਵੇ ਕਿ ਉਹ ਤਾਂ ਸਾਡੇ ਸਤਿਗੁਰੂ ਵੱਲੋਂ ਦਰਸਾਏ ਰਾਹ ਦੀ ਪਛਾਣ ਕਰਕੇ ਆਪਣੀਆਂ ਸ਼ਕਲਾਂ ਸਤਿਗੁਰੂ ਵਰਗੀਆਂ ਬਣਾ ਲੈਣ ਤੇ ਅਸੀਂ ਉਹਨਾਂ ਦੀ ਨਕਲ ਕਰਦੇ ਹੋਏ ਮੌਨ ਘੋਨ ਹੋਏ ਫਿਰੀਏ। ਉਸਨੇ ਕਿਹਾ ਕਿ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਉਸ ਦਾ ਗੁੱਸਾ ਨਾ ਮਨਾਉਣਾ, ਕਿ ਸਤਿਗੁਰੂ ਨੇ ਤੁਹਾਨੂੰ ਜੋ ਸਰੂਪ ਦਿੱਤਾ ਹੈ ਉਸ ਦੀ ਰਾਖੀ ਕਰਨਾ ਉਵੇਂ ਹੀ ਜ਼ਰੂਰੀ ਹੈ ਜਿਵੇਂ ਕੁਦਰਤ ਦੇ ਮੌਲਿਕ ਸਰੂਪ ਦੀ ਰਾਖੀ ਕਰਨਾ। ਪਰ ਜਦੋਂ ਅਸੀਂ ਇਸੇ ਸ਼ਕਲ ਨਾਲ ਦੁਨੀਆ ਦੇ ਲੋਕਾਂ ਕੋਲ ਜਾਂਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਸਿੱਖ ਹਾਂ, ਉਹਨਾਂ ਨੂੰ ਸਿੱਖ ਦੀ ਪਰਿਭਾਸ਼ਾ ਦਿੰਦੇ ਹਾਂ, ਜਦੋਂ ਅਸੀਂ ਦੱਸਦੇ ਹਾਂ ਕਿ ਸਤਿਗੁਰੂ ਨੇ ਸਾਨੂੰ ਦੁਨੀਆ ਤੋਂ ਜ਼ੁਲਮਾਂ ਦਾ ਨਾਸ਼ ਕਰਨ ਵਾਸਤੇ ਪੈਦਾ ਕੀਤਾ ਸੀ, ਤਾਂ ਜਿਹੜੇ ਲੋਕਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਹੈ ਉਹ ਕਹਿੰਦੇ ਨੇ ਕਿ ਖਾਲਸਾ ਜੀ ਚਾਹੀਦਾ ਤਾਂ ਇਹ ਸੀ ਕਿ ਦੁਨੀਆ ਦੇ ਲੋਕ ਚੱਲ ਕੇ ਤੁਹਾਡੇ ਕੋਲ ਜਾਂਦੇ ਕਿ ਸਾਡੀ ਰਾਖੀ ਕਰੋ, ਤੇ ਉਲਟਾ ਤੁਸੀਂ ਲੋਕਾਂ ਕੋਲ ਜਾ ਕੇ ਕਹਿੰਦੇ ਹੋ ਕਿ ਸਾਡੀ ਰਾਖੀ ਕਰੋ। ਇਹ ਭਾਣਾ ਕਿਉਂ ਵਾਪਰ ਗਿਆ? ਕਾਰਨ ਇਹ ਹੈ ਕਿ ਅਸੀਂ ਸਤਿਗੁਰੂ ਦੇ ਰਾਹ ਤੋਂ ਭਟਕ ਗਏ ਹਾਂ। ਸਤਿਗੁਰੂ ਨੇ ਸਾਨੂੰ ਜਿਵੇਂ ਬਣਾਇਆ ਸੀ, ਜਿਸ ਕਾਰਜ ਲਈ ਖਾਲਸਾ ਸਾਜਿਆ ਸੀ, ਅਸੀਂ ਉਸ ਕਾਰਜ ਨੂੰ ਭੁੱਲ ਗਏ ਹਾਂ। ਸਾਨੂੰ ਸਾਡਾ ਕੌਮੀ ਘਰ ਚਾਹੀਦਾ। ਭਾਈ ਖਾਲੜਾ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਪੱਛਮੀ ਦੇਸ਼ਾਂ ਵਿੱਚ ਬੈਠੇ ਸਾਡੇ ਲੋਕ ਭਵਿੱਖ ਦੇ ਖਤਰਿਆਂ ਤੋਂ ਅਵੇਸਲੇ ਹੋ ਰਹੇ ਨੇ। ਉਸਨੇ ਦੁਨੀਆ ਦੇ ਇਤਿਹਾਸ ਦਾ ਚੇਤਾ ਕਰਾਉਂਦਿਆਂ ਕਿਹਾ ਸੀ ਕਿ ਕਈ ਵਾਰ ਕੌਮਾਂ ਆਪਣੀ ਲੋੜ ਵਿੱਚੋਂ ਆਪਣੇ ਦਰ ਦੂਸਰੀਆਂ ਕੌਮਾਂ ਦੇ ਲੋਕਾਂ ਲਈ ਖੋਲ੍ਹ ਦਿੰਦੀਆਂ ਨੇ, ਪਰ ਜਦੋਂ ਉਹਨਾਂ ਦੀ ਲੋੜ ਪੂਰੀ ਹੋ ਜਾਂਦੀ ਹੈ ਤਾਂ ਉਹੀ ਕੌਮਾਂ ਆਪਣੇ ਦਰ ਬੰਦ ਵੀ ਕਰ ਲੈਂਦੀਆਂ ਨੇ। ਉਸਨੇ ਇਤਿਹਾਸ ਵਿੱਚੋਂ ਠੋਸ ਹਵਾਲੇ ਦੇ ਕੇ ਦੱਸਿਆ ਕਿ ਜਦੋਂ ਇਹਨਾਂ ਕੌਮਾਂ ਨੂੰ ਆਪਣੇ ਅੰਦਰੂਨੀ ਸੰਕਟਾਂ ਨਾਲ ਜੂਝਣਾ ਪੈ ਜਾਂਦਾ ਹੈ ਤਾਂ ਇਹਨਾਂ ਕੌਮਾਂ ਦੇ ਕੁਝ ਵਰਗਾਂ ਵਿੱਚ ਧਰਤੀ ਦੇ ਜਾਏ ਭਾਵ ਸਨਸ ਆਫ ਦ ਸੋਇਲ ਹੋਣ ਦੀ ਤੰਗ ਨਜ਼ਰ ਸੋਚ ਪਨਪਣ ਲੱਗ ਪੈਂਦੀ ਹੈ। ਉਹ ਇਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਧਰਤੀ ਸਾਡੀ ਹੈ, ਫਿਰ ਬਾਹਰਲੇ ਲੋਕਾਂ ਨੂੰ ਉੱਥੋਂ ਧੱਕੇ ਮਾਰ ਕੇ ਕੱਢਿਆ ਜਾਂਦਾ ਹੈ। ਜਦੋਂ ਭਵਿੱਖ ਵਿੱਚ ਤੁਹਾਡੇ ਸਾਹਮਣੇ ਅਜਿਹੀ ਨੌਬਤ ਆਵੇਗੀ ਤਾਂ ਤੁਹਾਡੇ ਬੱਚਿਆਂ ਨੂੰ ਵਿਦੇਸ਼ੀ ਜਾਂ ਇਮੀਗ੍ਰੈਂਟ ਕਹਿ ਕੇ ਫਿਟਕਾਰਿਆ ਜਾਵੇਗਾ। ਉਦੋਂ ਇਹਨਾਂ ਬੱਚਿਆਂ ਨੇ ਤੁਹਾਨੂੰ ਕਹਿਣਾ ਹੈ ਕਿ ਇਹ ਜ਼ਲਾਲਤ ਭੋਗਣ ਨਾਲੋਂ ਚੰਗਾ ਹੈ ਕਿ ਆਪਾਂ ਆਪਣੇ ਵਤਨ ਨੂੰ ਮੁੜ ਜਾਈਏ, ਤੇ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਕਿ ਸਾਡਾ ਵਤਨ ਕਿਹੜਾ ਹੈ? ਇਸ ਸਵਾਲ ਦੇ ਪ੍ਰਸੰਗ ਵਿੱਚ ਭਾਈ ਖਾਲੜਾ ਨੇ ਸਿੱਖਾਂ ਦੇ ਆਪਣੇ ਸੁਤੰਤਰ ਕੌਮੀ ਘਰ ਦੀ ਲੋੜ ਤੇ ਮਹੱਤਤਾ ਦਰਸਾਈ ਸੀ। ਉਸਨੇ ਦ੍ਰਿੜ ਨਿਸ਼ਚੇ ਨਾਲ ਇਹ ਗੱਲ ਕਹੀ ਸੀ ਕਿ ਆਪਣਾ ਘਰ ਮੰਗਣਾ ਕਿਸੇ ਦਾ ਘਰ ਢਾਉਣਾ ਨਹੀਂ, ਆਪਣੀ ਸੁੱਖ ਮੰਗਣੀ ਕਿਸੇ ਦੀ ਬਰਬਾਦੀ ਮੰਗਣਾ ਨਹੀਂ।
ਭਾਈ ਖਾਲੜਾ ਨੇ ਸੰਗਤ ਨੂੰ ਪੁਰਜ਼ੋਰ ਅਪੀਲ ਕੀਤੀ ਸੀ ਕਿ ਤੁਸੀਂ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦੇ ਹੋ, ਉਸ ਤੋਂ ਕੁਝ ਮੰਗਦੇ ਹੋ, ਤਾਂ ਇਹ ਜ਼ਰੂਰ ਮੰਗਿਆ ਕਰੋ ਕਿ ਸਤਿਗੁਰੂ ਸਾਨੂੰ ਸਾਡਾ ਘਰ ਬਖਸ਼ ਦਿਓ, ਤਾਂ ਕਿ ਅਸੀਂ ਦੁਨੀਆ ਵਿੱਚ ਜਗ੍ਹਾ ਜਗ੍ਹਾ ਨਾ ਭਟਕਦੇ ਫਿਰੀਏ ਅਤੇ ਸਾਡੇ ਬੱਚੇ ਆਪਣੇ ਕੌਮੀ ਘਰ ਵਿੱਚ ਆਜ਼ਾਦ ਫਿਜ਼ਾ ਵਿੱਚ ਪਲਣ ਪਸਰਨ। ਭਾਈ ਖਾਲੜਾ ਨੇ ਸਪਸ਼ਟ ਕਹਿ ਦਿੱਤਾ ਸੀ ਕਿ ਸਾਨੂੰ ਭਾਰਤ ਦੇ ਬਹੁਗਿਣਤੀ ਭਾਈਚਾਰੇ ਦੇ ਨਾਲ ਰਹਿਣਾ ਨਹੀਂ ਪੁੱਗਦਾ। ਕਾਰਨ ਇਹ ਕਿ ਉਹਨਾਂ ਦਾ ਕਲਚਰ ਸਾਡੀ ਤਬੀਅਤ ਦੇ ਅਨੁਕੂਲ ਨਹੀਂ ਹੈ, ਕਿਉਂਕਿ ਉਸ ਕਲਚਰ ਨੇ ਹਜ਼ਾਰਾਂ ਸਾਲਾਂ ਦੀ ਗੁਲਾਮੀ ਨੂੰ ਜਨਮ ਦਿੱਤਾ ਸੀ। ਗੱਲ ਇੰਨੀ ਕੁ ਹੈ ਕਿ ਸਾਨੂੰ ਸਾਡੇ ਕਲਚਰ ਦੇ ਮੁਤਾਬਕ ਰਹਿਣ ਦੀ ਆਜ਼ਾਦੀ ਦੇ ਦਿਓ। ਬਸ ਇੰਨੀ ਗੱਲ ਬਦਲੇ ਉਹ ਸਾਡਾ ਖੁਰਾ ਖੋਜ ਮਿਟਾਉਣ ਤੱਕ ਚਲੇ ਗਏ। ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਢਾਇਆ ਸੀ, ਉਵੇਂ ਹਿੰਦੂ ਹਾਕਮਾਂ ਨੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾ ਦਿੱਤਾ। ਦੋਵਾਂ ਸੱਭਿਆਚਾਰਾਂ ਵਿੱਚ ਫਰਕ ਦੇਖੋ। ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਛਬੀਲਾ ਲਾਉਨੇ ਆ, ਗੁੱਸੇ ਦੀ ਜਗ੍ਹਾ ਠੰਡ ਵਰਤਾਉਨੇ ਆ। ਜੂਨ 1984 ਵਿੱਚ ਜਦੋਂ ਅਸੀਂ ਛਬੀਲਾਂ ਲਾ ਰਹੇ ਸੀ, ਉਸੇ ਵੇਲੇ ਦਰਬਾਰ ਸਾਹਿਬ ਸਮੂਹ ਦੇ ਅੰਦਰ ਭਾਰਤੀ ਫੌਜ ਵੱਲੋਂ ਤੋਪਾਂ ਦੇ ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਭੰਨੀ ਗਈ। ਇਹ ਉਹਨਾਂ ਵੱਲੋਂ ਸਪਸ਼ਟ ਐਲਾਨ ਸੀ ਕਿ ਸਾਨੂੰ ਤੁਹਾਡਾ ਠੰਡ ਵਰਤਾਉਣ ਵਾਲਾ ਕਲਚਰ ਪਸੰਦ ਨਹੀਂ। ਇਸ ਤਰੀਕੇ ਨਾਲ ਇਹ ਦੋ ਸੱਭਿਆਚਾਰਾਂ ਦੀ, ਦੋ ਸੋਚਾਂ ਦੀ ਲੜਾਈ ਸੀ। ਅਸੀਂ ਨਹੀਂ ਚਾਹੁੰਦੇ ਕਿ ਇਸ ਲੜਾਈ ਵਿੱਚ ਅਸੀਂ ਜਾਂ ਸਾਡੇ ਵਿਰੋਧੀ ਪੀੜ੍ਹੀਆਂ ਤੱਕ ਮਰਦੇ ਰਹਿਣ, ਜਾਂ ਅੱਗੇ ਜਾ ਕੇ ਸਾਡੇ ਬੱਚੇ ਵੀ ਉਡੀਕਦੇ ਰਹਿਣ ਕਿ ਸਾਡਾ ਕੋਈ ਘਰ ਬਣੇ, ਜਾਂ ਅਸੀਂ ਇਸੇ ਤਰ੍ਹਾਂ ਹੀ ਵਿਦੇਸ਼ਾਂ ਵਿੱਚ ਰੁਲਦੇ ਰਹੀਏ, ਇਮੀਗ੍ਰੈਂਟ ਅਖਵਾਈਏ, ਸਿਰਫ ਇਸ ਕਰਕੇ ਕਿ ਸਾਡਾ ਕੋਈ ਘਰ ਨਹੀਂ। ਭਾਈ ਖਾਲੜਾ ਨੇ ਸੰਗਤ ਦੀ ਗੈਰਤ ਨੂੰ ਝੰਜੋੜਦਿਆਂ ਕਿਹਾ ਕਿ ਮੈਂ ਤੁਹਾਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨੇ ਸਾਨੂੰ ਕਿਸੇ ਦੇ ਇੰਨਾ ਥੱਲੇ ਲੱਗਣ ਲਈ ਤਾਂ ਬਿਲਕੁਲ ਨਹੀਂ ਸੀ ਕਿਹਾ। ਅਸੀਂ ਤਾਂ ਦੁਨੀਆ ਦੀ ਆਜ਼ਾਦੀ ਲਈ ਲੜੇ ਆਂ, ਹੁਣ ਆਪਣੀ ਆਜ਼ਾਦੀ ਲਈ ਲੜਨ ਦੀ ਹਿੰਮਤ ਵੀ ਗੁਆ ਬੈਠੇ ਆਂ। ਭਾਈ ਜਸਵੰਤ ਸਿੰਘ ਨੇ ਕੁਝ ਪ੍ਰਵਾਸੀ ਸਿੱਖਾਂ ਦੇ ਮਨਾਂ ਅੰਦਰ ਬਣੀ ਗਲਤ ਧਾਰਨਾ ਦੇ ਜਵਾਬ ਵਿੱਚ ਸਪਸ਼ਟ ਕੀਤਾ ਸੀ ਕਿ ਜੇਕਰ ਕਿਸੇ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਉੱਥੇ ਪੰਜਾਬ ਵਿੱਚ ਪਹਿਲਾਂ ਕੋਈ ਗੜਬੜ ਸੀ, ਉਹ ਹੁਣ ਖਤਮ ਹੋ ਗਈ ਹੈ, ਤਾਂ ਭਰਾਵੋ ਇਹ ਗੱਲ ਗਲਤ ਹੈ। ਉੱਥੇ ਜ਼ੁਲਮ ਹੋਇਆ। ਜ਼ੁਲਮ ਦੇ ਵਿਰੁੱਧ ਕੁਝ ਲੋਕਾਂ ਨੇ ਅਣਖ ਨਾਲ ਲੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਹਕੂਮਤੀ ਜ਼ੋਰ ਨਾਲ ਖਤਮ ਕੀਤਾ ਗਿਆ। ਲੇਕਿਨ ਕੌਮਾਂ ਦੇ ਇਤਿਹਾਸ ਦੀ ਇੱਕ ਰਵਾਇਤ ਹੈ ਕਿ ਸ਼ਹੀਦ ਜਿੱਥੇ ਆਪਣਾ ਲਹੂ ਡੋਲ ਜਾਂਦੇ ਨੇ, ਉੱਥੇ ਇਨਕਲਾਬ ਜਨਮ ਲੈਂਦੇ ਨੇ। ਜੇਕਰ ਤੁਸੀਂ ਉਸ ਖਾੜਕੂ ਲਹਿਰ ਦੇ ਵਿਰੋਧੀ ਵੀ ਹੋ, ਉਸ ਲਹਿਰ ਦੇ ਹੱਕ ਵਿੱਚ ਵੀ ਨਹੀਂ, ਤਾਂ ਵੀ ਆਪਣੇ ਦਿਮਾਗ ਵਿੱਚ ਇਹ ਗੱਲ ਨਾ ਬਿਠਾ ਲਿਓ ਕਿ ਗੱਲ ਮੁੱਕ ਗਈ ਹੈ। ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ ਜਿੰਨਾ ਚਿਰ ਉਸ ਗੱਲ ਦਾ ਸਹੀ ਰਾਹ ਨਾ ਨਿਕਲੇ। ਨੇਕੀ ਤੇ ਬਦੀ ਦੀ ਲੜਾਈ ਜਦੋਂ ਦੀ ਦੁਨੀਆ ਬਣੀ ਹੈ, ਉਦੋਂ ਦੀ ਚੱਲਦੀ ਆਈ ਹੈ। ਸਾਡੇ ਸਤਿਗੁਰਾਂ ਦੀ ਸਿੱਖਿਆ ਹੈ ਕਿ ਜੇਕਰ ਅਸੀਂ ਸਤਿਗੁਰੂ ਦੇ ਰਾਹ ਤੇ ਚੱਲਣਾ ਹੈ, ਤਾਂ ਬਦੀ ਨੇ ਸਾਡੇ ਗਲ ਤੁਰੇ ਜਾਂਦਿਆਂ ਵੀ ਪੈ ਜਾਣਾ ਹੈ। ਸਮੱਸਿਆ ਖੜੀ ਰਹਿਣੀ ਹੈ ਜਿੰਨਾ ਚਿਰ ਬਦੀ ਖੜੀ ਹੈ, ਤੇ ਬਦੀ ਦੇ ਵਿਰੁੱਧ ਲੜਨਾ ਸਿੱਖੀ ਦਾ ਬੁਨਿਆਦੀ ਅਸੂਲ ਹੈ। ਭਾਰਤੀ ਹਾਕਮਾਂ ਵੱਲੋਂ ਦੁਨੀਆ ਦੇ ਸਾਹਮਣੇ ਸਿੱਖਾਂ ਦੇ ਪੱਖ ਨੂੰ ਵਿਗਾੜ ਕੇ ਪੇਸ਼ ਕਰਨ ਉੱਤੇ ਭਾਈ ਖਾਲੜਾ ਨੇ ਰੋਹ ਭਰੀ ਆਵਾਜ਼ ਵਿੱਚ ਕਿਹਾ ਕਿ ਮੈਂ ਚੈਲੰਜ ਕਰਦਾ ਕਿ ਪਿਛਲੇ 10 ਸਾਲਾਂ ਵਿੱਚ ਇੱਕ ਵੀ ਮਿਸਾਲ ਦੱਸੋ ਜਦੋਂ ਸਿੱਖਾਂ ਦੇ ਹਜੂਮ ਨੇ ਕਿਸੇ ਨੂੰ ਗਲੋਂ ਫੜ ਕੇ ਧੂਇਆ ਹੋਵੇ। ਲੇਕਿਨ ਸਿੱਖਾਂ ਦੇ ਗਲਾਂ ਵਿੱਚ ਬਲਦੇ ਟਾਇਰ ਪਾਏ ਦੁਨੀਆ ਨੇ ਦੇਖੇ ਨੇ। ਦਿੱਲੀ ਦੀਆਂ ਗਲੀਆਂ ਵਿੱਚ ਸਿੱਖ ਭਾਈਚਾਰੇ ਨੂੰ ਅੱਗਾਂ ਵਿੱਚ ਸਾੜਦੇ ਦੁਨੀਆ ਨੇ ਦੇਖਿਆ। ਫਿਰ ਵੀ ਅਸੀਂ ਅੱਤਵਾਦੀ ਬਣਾ ਦਿੱਤੇ ਗਏ ਤੇ ਉਹ ਆਪ ਸੱਤਵਾਦੀ ਬਣ ਗਏ। ਅਖੀਰ ਦੇ ਵਿੱਚ ਭਾਈ ਖਾਲੜਾ ਨੇ ਪ੍ਰਵਾਸੀ ਸਿੱਖਾਂ ਨੂੰ ਖਬਰਦਾਰ ਕੀਤਾ ਕਿ ਦੇਖਿਓ ਕਿਤੇ ਆਰਥਿਕ ਤਰੱਕੀ ਕਰਦੇ ਕਰਦੇ ਆਪਣੀ ਹੋਂਦ ਖਤਰੇ ਵਿੱਚ ਨਾ ਪਾ ਬੈਠਿਓ। ਉਸ ਨੇ ਆਪਣੀ ਗੱਲ ਇਸ ਆਸ਼ਾਵਾਦੀ ਸੁਰ ਨਾਲ ਖਤਮ ਕੀਤੀ ਕਿ ਆਦ ਸੱਚ ਜੁਗਾਦ ਸੱਚ ਦਾ ਸੰਦੇਸ਼
ਸਾਨੂੰ ਇਹ ਦ੍ਰਿੜ ਕਰਾਉਂਦਾ ਹੈ ਕਿ ਸਾਡਾ ਗੁਰੂ ਵੀ ਸਦਾ ਕਾਇਮ ਰਹਿਣਾ ਹੈ, ਸਾਡਾ ਧਰਮ ਵੀ ਸਦਾ ਕਾਇਮ ਰਹਿਣਾ ਹੈ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ। ਭਾਈ ਜਸਵੰਤ ਸਿੰਘ ਖਾਲੜਾ ਵਿਆਨਾਂ ਤੋਂ 2 ਹਫ਼ਤਿਆਂ ਵਿੱਚ ਆਪਣੇ ਕਲਪੇ ਹੋਏ ਕਾਰਜ ਨਿਪਟਾ ਲੈਣ ਉਪਰੰਤ ਜੁਲਾਈ ਦੇ ਅੱਧ ਵਿੱਚ ਪੰਜਾਬ ਮੁੜ ਆਇਆ ਸੀ।